ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪਾਂ ਪਿਛਲੀ ਕਲਾਸ ਵਿੱਚ ਪੌੜੀ ਨੰਬਰ 35, 36 ਤੇ 37 ਕੀਤਾ ਸੀ। ਅੱਜ ਆਪਾਂ ਇਸ ਤੋਂ ਅੱਗੇ ਸ਼ੁਰੂ ਕਰਾਂਗੇ। ਪੌੜੀ ਨੰਬਰ 38, 39 ਤੇ 40 ਆਪਾਂ ਕਰ ਪਾਏ ਤੇ ਉਹ ਵੀ ਕਰਾਂਗੇ। ਸੋ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਆਪਣੀ ਅੱਜ ਵਿਚਾਰ ਹੋਈ ਹੈ ਕਲਾਸ ਦੀ ਆਰੰਭਤਾ ਤੋਂ ਪਹਿਲਾਂ, ਮੈਂ ਉਹਨੂੰ ਸੰਖੇਪ ਜਿਹਾ ਦੱਸਣਾ ਚਾਹੁੰਦਾ ਤਾਂ ਕਿ ਜਦੋਂ ਹੋਰ ਵੀ ਭੈਣ ਭਰਾ ਸੁਣਨਗੇ ਤੇ ਸ਼ਾਇਦ ਕਿਸੇ ਦੇ ਦਿਮਾਗ ਵਿੱਚ ਗੱਲ ਆ ਜਾਏ ਤੇ ਅਸੀਂ ਆਪਣਾ ਤੌਰ ਤਰੀਕਾ ਜੋ ਉਹਨੂੰ ਤਬਦੀਲ ਕਰ ਲਈਏ, ਸਮਝ ਲਈਏ। ਸੋ ਜਿਵੇਂ ਅਸੀਂ ਗੱਲਬਾਤ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਦਹੀਂ ਨਾਲ ਧੋਣਾ, ਦੁੱਧ ਨਾਲ ਧੋਣਾ ਆਦਿਕ, ਜਾਂ ਫਿਰ ਕਿਸੇ ਗੁਰੂ ਘਰ ਦੇ ਫਰਸ਼ ਨੂੰ ਦਹੀਂ ਦੁੱਧ ਨਾਲ ਧੋਣਾ ਇਤਿਆਦਿਕ ਜਿਹੜੇ ਕਰਮ ਨੇ, ਇਹ ਸਿੱਖੀ ਮਾਨ ਮਰਿਆਦਾ ਨੂੰ ਫਾਲੋ ਨਹੀਂ ਕਰਦੇ। ਸਿੱਖੀ ਮਾਨ ਮਰਿਆਦਾ 'ਚ ਇਹਨਾਂ ਚੀਜ਼ਾਂ ਨੂੰ ਕੋਈ ਜਗ੍ਹਾ ਨਹੀਂ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਇਹ ਵੀ ਕਿਸੇ ਹੱਦ ਤੱਕ ਹੀ ਬਿਲਕੁਲ ਸਾਨੂੰ ਨਹੀਂ ਟੇਕਣਾ ਚਾਹੀਦਾ, ਕਿਉਂਕਿ ਇਹ ਗੁਰੂ ਘਰ ਦਾ ਨਿਸ਼ਾਨ ਹੈ ਔਰ ਦੂਰੋਂ ਵੇਖਣ ਵਾਲੇ ਨੂੰ ਪਤਾ ਲੱਗਦਾ ਇਸ ਨਿਸ਼ਾਨ ਨੂੰ ਵੇਖ ਕੇ ਕਿ ਇੱਥੇ ਗੁਰਦੁਆਰਾ ਸਾਹਿਬ ਹੈ, ਤੇ ਉਸ ਨਿਸ਼ਾਨ ਨੂੰ ਵੇਖ ਕੇ ਇੱਥੇ ਆ ਸਕਦਾ ਹੈ, ਇੱਥੇ ਰਾਹੀ ਨੂੰ ਰੋਟੀ ਮਿਲਦੀ ਹੈ, ਆਰਾਮ ਕਰਨ ਲਈ ਜਗ੍ਹਾ ਮਿਲਦੀ ਹੈ। ਜਿਹੜੇ ਜਗਿਆਸੂ ਲੋਕ ਆਉਂਦੇ ਨੇ ਉਹਨਾਂ ਨੂੰ ਇੱਥੋਂ ਆਤਮਿਕ ਭੋਜਨ ਗੁਰਬਾਣੀ ਰਾਹੀਂ ਮਿਲਦਾ ਹੈ। ਸੋ ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਨਿਸ਼ਾਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ। ਮੱਥਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਚਾਹੀਦਾ। ਉਹ ਇਸ ਲਈ ਕਿ ਸਾਡਾ ਗਿਆਨ ਗੁਰੂ ਹੈ, ਜਾਂ ਇਸ ਤਰ੍ਹਾਂ ਆਖੀਏ ਸਾਡਾ ਗੁਰੂ ਹੀ ਗਿਆਨ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35 ਗੁਰੂ ਸੰਤਾਂ, ਭਗਤਾਂ, ਮਹਾਂਪੁਰਸ਼ਾਂ ਦੇ ਗਿਆਨ ਨੂੰ ਇਕੱਠਾ ਕਰਕੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਰੱਖਿਆ। ਇਸ ਲਈ ਸਾਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਨੂੰ, ਪਾਵਿਆਂ ਨੂੰ ਘੁੱਟਣਾ, ਮੁੱਠੀਆਂ ਭਰਨੀਆਂ, ਰੱਖੜੀਆਂ ਵਾਲੇ ਦਿਨ ਬੀਬੀਆਂ ਦਾ ਲਿਆ ਕੇ ਪਾਵਿਆਂ ਨੂੰ ਰੱਖੜੀਆਂ ਬੰਨ੍ਹਣਾ, ਅੱਗੇ ਪਿੱਛੇ ਇੱਧਰ ਉੱਧਰ ਮੱਥੇ ਟੇਕਣੇ, ਉਹ ਕਿਸੇ ਤਰ੍ਹਾਂ ਨਾਲ ਵਾਜਬ ਨਹੀਂ ਗੱਲ ਲੱਗਦੀ। ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ। ਚਰਨ ਧੂੜੀ ਦੀ ਗੱਲ ਹੋਈ, ਲੋਕੀ ਚਰਨ ਧੂੜ ਮੱਥੇ ਨੂੰ ਲਾਉਂਦੇ ਨੇ, ਥੱਲੋਂ ਜ਼ਮੀਨ ਤੋਂ ਮਿੱਟੀ ਲੈ ਕੇ, ਫਿਰ ਸੰਗਤ ਦੇ ਜੋੜਿਆਂ ਨੂੰ ਚੁੱਕ ਕੇ ਆਪਣੇ ਸਿਰ ਨਾਲ, ਮੱਥੇ ਨਾਲ ਲਾਉਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਵੀ ਕਿਸੇ ਹੱਦ ਤੱਕ ਵਹਿਮ ਭਰਮ ਹੀ ਨੇ। ਧੂੜੀ ਤੋਂ ਮਤਲਬ ਹੈ ਨਿਮਰਤਾ ਵਿੱਚ ਰਹਿਣਾ, ਆਪਣੇ ਆਪ ਨੂੰ ਨੀਵਿਆਂ ਰੱਖਣਾ, ਹੰਕਾਰ ਦਾ ਤਿਆਗ ਕਰਨਾ। ਸੋ ਜੇ ਅਸੀਂ ਅਹੰਕਾਰ ਦਾ ਤਿਆਗ ਨਹੀਂ ਕਰ ਪਾਏ, ਨਿਮਰਤਾ ਵਿੱਚ ਨਹੀਂ ਰਹਿ ਪਾਏ, ਤੇ ਮੱਥੇ ਨਾਲ ਮਿੱਟੀ ਲਾਇਆ ਵੀ ਕੁਛ ਨਹੀਂ ਹੋਣ ਲੱਗਾ। ਜਦੋਂ ਅਸੀਂ ਆਪਣੇ ਸੀਸ ਤੇ ਜੋੜਾ ਲਗਾਉਂਦੇ ਹਾਂ ਤੇ ਸਾਨੂੰ ਇਹ ਭੁੱਲ ਜਾਂਦਾ ਹੈ ਕਿ ਜਿਹੜੇ ਕੇਸ ਨੇ, ਜਿਹੜੀ ਦਸਤਾਰ ਹੈ, ਇਹ ਸਾਨੂੰ ਗੁਰੂ ਸਾਹਿਬਾਂ ਦੀ ਬਖਸ਼ਿਸ਼ ਹੈ। ਰੱਬ ਵੱਲੋਂ ਸਾਰੀ ਸਮੁੱਚੀ ਮਾਨਵਤਾ ਨੂੰ ਕੇਸ ਮਿਲੇ ਹੋਏ ਨੇ। ਸੋ ਇਹਨਾਂ ਕੇਸਾਂ ਨਾਲ, ਦਸਤਾਰ ਨਾਲ ਕਿਸੇ ਦੀ ਜੁੱਤੀ ਨੂੰ ਚੁੱਕ ਕੇ ਲਗਾਉਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੁੰਦਾ। ਸਾਨੂੰ ਨਿਮਰਤਾ ਵਿੱਚ ਵੈਸੇ ਹੀ ਰਹਿਣਾ ਚਾਹੀਦਾ ਹੈ, ਇਹਨਾਂ ਚੀਜ਼ਾਂ ਤੋਂ ਬਿਨਾਂ ਹੀ। ਫਿਰ ਹੋਰ ਵੀ ਬਹੁਤ ਸਾਰੇ ਵਹਿਮ ਭਰਮ ਅਸੀਂ ਆਪਣੇ ਮਨਾਂ ਵਿੱਚ ਪਾਲੇ ਹੋਏ ਨੇ। ਜਿਵੇਂ ਗੁਰਦੁਆਰੇ 'ਚੋਂ ਅੱਗੇ ਲੰਘ ਕੇ ਜਾਂਦੇ ਹਾਂ, ਤੇ ਇੱਥੇ ਤਾਂ ਇਸ ਤਰ੍ਹਾਂ ਨਹੀਂ, ਇੰਡੀਆ ਵਿੱਚ ਖਾਸ ਕਰਕੇ ਅੱਗੇ ਪਾਣੀ ਦੇ 'ਚ ਬੱਚੇ ਜੇ ਬਣਾਏ ਹੁੰਦੇ ਨੇ ਜਿਨ੍ਹਾਂ 'ਚੋਂ ਪੈਰ ਧੋ ਕੇ ਅੰਦਰ ਜਾਣਾ। ਔਰ ਉਹ ਬੜੀ ਚੰਗੀ ਗੱਲ ਹੈ ਕਿ ਸਾਡੇ ਪੈਰਾਂ ਨੂੰ, ਕਿਉਂਕਿ ਉੱਥੇ ਕੱਚੇ ਰਸਤੇ ਨੇ, ਮਿੱਟੀ ਘੱਟਾ ਲੱਗਾ ਹੋਇਆ, ਤੇ ਅਸੀਂ ਪੈਰ ਧੋ ਕੇ ਅੰਦਰ ਜਾਈਏ। ਇਹ ਬਹੁਤ ਬਹੁਤ ਚੰਗੀ ਗੱਲ ਹੈ।
ਸਫਾਈ ਦੇ ਉਸ ਚੀਜ਼ ਨੂੰ ਮੁੱਖ ਰੱਖਦੇ ਹਾਂ। ਪਰ ਉਸ 'ਚ ਬੱਚੇ ਵਿੱਚੋਂ ਪਾਣੀ ਦੀ ਚੁਲੀ ਭਰ ਕੇ ਪੀਣਾ ਜਾਂ ਇਸ ਤਰ੍ਹਾਂ ਉਹ ਕਰਮ ਕਿਸੇ ਤਰ੍ਹਾਂ ਵੀ ਠੀਕ ਨਹੀਂ ਜਾਪਦਾ। ਉਸ ਨੂੰ ਅੰਮ੍ਰਿਤ ਆਖਣਾ ਇਹ ਬਿਲਕੁਲ ਹੀ ਗਲਤ ਗੱਲ ਹੈ, ਕਿਉਂਕਿ ਗੁਰਬਾਣੀ ਵਿੱਚ ਕੇਵਲ ਤੇ ਕੇਵਲ ਅੰਮ੍ਰਿਤ ਸ਼ਬਦ ਨੂੰ ਆਖਿਆ ਜਾਂਦਾ ਹੈ, ਤੇ ਸ਼ਬਦ ਦੀ ਵੀ ਸਿੱਖਿਆ ਨੂੰ ਜੇ ਜੀਵਨ ਵਿੱਚ ਅਪਣਾਇਆ ਤੇ ਅਸੀਂ ਅੰਮ੍ਰਿਤ ਛਕ ਰਹੇ ਹਾਂ। ਜੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਨਹੀਂ ਅਪਣਾਉਂਦੇ ਤੇ ਫਿਰ ਕਿਸੇ 'ਚ ਬੱਚੇ ਵਿੱਚੋਂ ਪਾਣੀ ਦੀ ਚੁਲੀ ਭਰ ਕੇ ਪੀਣ ਨਾਲ ਵੀ ਕੁਛ ਨਹੀਂ ਹੋਣਾ। ਇੱਕ ਗੱਲ ਵੀਰ ਜੀ ਨੇ ਕੀਤੀ ਹੈ ਕਿ ਕਿਸੇ ਜਗ੍ਹਾ ਤੇ ਸ਼੍ਰੀ ਕ੍ਰਿਸ਼ਨ ਜੀ ਵਾਸਤੇ ਉਹ ਇਸ਼ਨਾਨ ਲਈ ਪਾਣੀ ਰੱਖਦੇ ਨੇ ਤੇ ਦਾਤਣ ਰੱਖਦੇ ਨੇ, ਕੱਪੜੇ ਬਦਲਣ ਲਈ ਰੱਖਦੇ ਨੇ। ਤੇ ਮੈਂ ਉਹਨਾਂ ਨੂੰ ਦੱਸ ਰਿਹਾ ਸਾਂ ਕਿ ਅਸੀਂ ਸਿੱਖ ਲੋਕ ਵੀ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਪਾਣੀ ਵੀ ਰੱਖਦੇ ਹਾਂ, ਸਾਬਣ ਤੇਲ ਵੀ ਰੱਖਦੇ ਹਾਂ, ਦਾਤਣ ਵੀ ਰੱਖਦੇ ਹਾਂ, ਜੋ ਕਿ ਕਿਸੇ ਤਰ੍ਹਾਂ ਨਾਲ ਵੀ ਗੱਲ ਠੀਕ ਨਹੀਂ ਬੈਠਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ ਕਰਕੇ ਸਾਡੇ ਕੋਲ ਹੁਣ ਨਹੀਂ ਹਨ, ਉਹ ਵਿਚਾਰਧਾਰਾ ਦੇ ਰੂਪ ਵਿੱਚ ਸਾਡੇ ਨਾਲ ਨੇ। ਆਪਣੀ ਜੋ ਸਾਨੂੰ ਸਿੱਖਿਆ ਦੇ ਗਏ ਨੇ ਉਹ ਸਿੱਖਿਆ ਦੇ ਰੂਪ ਵਿੱਚ ਸਾਡੇ ਨਾਲ ਨੇ। ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਸੋ ਇਹੋ ਜਿਹੇ ਜਿਹੜੇ ਕਰਮ ਨੇ ਜਿਨ੍ਹਾਂ ਨੂੰ ਅਸੀਂ ਵਹਿਮ ਭਰਮ ਦੀ ਕੈਟਾਗਰੀ 'ਚ ਲਿਆਉਂਦੇ ਹਾਂ, ਉਹ ਸਾਨੂੰ ਛੱਡ ਦੇਣੇ ਚਾਹੀਦੇ ਨੇ। ਸੋ ਜਿਵੇਂ ਅਸੀਂ ਉਹਨਾਂ ਨੂੰ ਛੱਡਾਂਗੇ, ਗੁਰਬਾਣੀ ਦੇ ਲੜ ਲੱਗਾਂਗੇ, ਸ਼ਬਦਾਂ ਨੂੰ ਸਮਝ ਕੇ ਜੀਵਨ 'ਚ ਅਪਣਾਵਾਂਗੇ, ਤੇ ਆਪਾਂ ਵੇਖਾਂਗੇ ਕਿ ਹੁਣ ਸਾਡਾ ਕੰਮ ਜਿਹੜਾ ਨਾ ਉਹ ਨਿਸ਼ਾਨ ਸਾਹਿਬ ਨੂੰ ਦੁੱਧ ਨਾਲ ਧੋਣ ਤੋਂ ਬਿਨਾਂ, ਚਰਨ ਧੂੜ ਮੱਥੇ ਤੇ ਲਾਉਣ ਤੋਂ ਬਿਨਾਂ, ਇੱਧਰ ਉੱਧਰ ਘੁੰਮਣ ਤੋਂ ਬਿਨਾਂ ਹੀ ਕੰਮ ਸਾਡਾ ਚੱਲ ਜਾਏਗਾ। ਸਾਡੀ ਆਤਮਾ ਸ਼ੁੱਧ ਹੋਏਗੀ, ਮਨ ਤੋਂ ਵਿਕਾਰਾਂ ਦੀ ਮੈਲ ਲੱਥੇਗੀ, ਮਨ ਨਿਰਮਲ ਹੋਏਗਾ ਤੇ ਅਸੀਂ ਸ਼ਬਦ ਨਾਲ, ਗੁਰੂ ਨਾਲ, ਪਰਮੇਸ਼ਵਰ ਨਾਲ ਜੁੜਾਂਗੇ, ਯਾਨੀ ਉਹਦੇ ਨੇੜੇ ਹੋਵਾਂਗੇ। ਸੋ ਇਹ ਕਰਮ ਸਾਨੂੰ ਤਿਆਗਣੇ ਚਾਹੀਦੇ ਨੇ ਤੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਅਪਣਾਉਣਾ ਚਾਹੀਦਾ ਹੈ। ਸੋ ਆਓ ਹੁਣ ਅਸੀਂ ਵੇਖਦੇ ਹਾਂ ਪੌੜੀ ਨੰਬਰ 35, 36 ਤੇ 37 ਵਿੱਚ ਗੁਰੂ ਜੀ ਨੇ ਗੁਰਮੁਖ ਦੀ ਗੱਲ ਕੀਤੀ ਸੀ। ਤੇ ਗੁਰਮੁਖ ਉਹ ਜਿਹੜਾ ਮਨੁੱਖ ਗੁਰ ਦਰਸਾਏ ਰਸਤੇ ਤੇ ਚੱਲਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਨੂੰ ਜੀਵਨ 'ਚ ਅਪਣਾਉਂਦਾ ਹੈ, ਜਿਹੜਾ ਮਨੁੱਖ ਗੁਰੂ ਅਨੁਸਾਰ ਹੀ ਜਿਉਂਦਾ ਹੈ, ਉਸ ਨੂੰ ਗੁਰਮੁਖ ਆਖਦੇ ਨੇ। ਤੇ ਇਹਨਾਂ ਤਿੰਨਾਂ ਹੀ ਪੌੜੀਆਂ ਦੀਆਂ ਜੇ ਅਸੀਂ ਅਖੀਰਲੀਆਂ 2-2 ਲਾਈਨਾਂ ਵੇਖੀਏ ਤੇ ਪੌੜੀ ਨੰਬਰ 35 ਵਿੱਚ ਗੁਰੂ ਜੀ ਆਖਦੇ ਨੇ, ਗੁਰਮੁਖ ਅਲਖ ਲਖਾਏ ਤਿਸ ਪਾਵੈ। ਜੇ ਵਾਹਿਗੁਰੂ ਜੀ ਨੂੰ ਚੰਗਾ ਲੱਗੇ ਤੇ ਗੁਰੂ ਅਨੁਸਾਰੀ ਚੱਲਣ ਵਾਲਾ ਮਨੁੱਖ ਆਪ ਪ੍ਰਭੂ ਦਾ ਦਰਸ਼ਨ ਕਰਦਾ ਹੈ ਤੇ ਦੂਜਿਆਂ ਨੂੰ ਦਰਸ਼ਨ ਕਰਵਾਉਂਦਾ ਹੈ। ਭਾਵ ਆਪ ਸਿੱਖਿਆ ਗੁਰੂ ਦੀ ਅਪਣਾਉਂਦਾ ਜੀਵਨ ਵਿੱਚ ਤੇ ਦੂਜਿਆਂ ਨੂੰ ਉਹ ਸਿੱਖਿਆ ਤੇ ਚੱਲਣ ਲਈ ਉਪਦੇਸ਼ ਕਰਦਾ ਹੈ, ਤੇ ਬਾਕੀ ਲੋਕ ਵੀ ਰੱਬ ਦੇ ਨੇੜੇ ਹੋ ਸਕਦੇ ਨੇ। ਨਾਨਕ ਗੁਰਮੁਖ ਚੋਟ ਨਾ ਖਾਵੇ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮੋਹ ਮਮਤਾ ਦੀਆਂ ਚੋਟਾਂ, ਮਾਇਆ ਦੀਆਂ ਚੋਟਾਂ ਆਪਣੇ ਮੁਖ ਤੇ ਨਹੀਂ ਸਹਿੰਦਾ, ਭਾਵ ਇਹਨਾਂ ਵਿਕਾਰਾਂ ਤੋਂ ਦੁਖੀ ਨਹੀਂ ਹੁੰਦਾ। ਪੌੜੀ ਨੰਬਰ 36 ਵਿੱਚ ਅਖੀਰਲੀਆਂ 2 ਲਾਈਨਾਂ, ਗੁਰਮੁਖ ਕਰਨੀ ਕਾਰ ਕਰਾਏ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਇਹ ਸ਼ੁਭ ਕਰਨੀ ਕਰਦਾ ਹੈ। ਜਿਵੇਂ ਦੱਸਿਆ ਸੀ ਨਾਮਦਾਨ ਇਸ਼ਨਾਨ, ਉਹ ਆਪ ਨਾਮ ਜਪਦਾ ਹੈ, ਦੂਜਿਆਂ ਨੂੰ ਨਾਮ ਜਪਾਉਂਦਾ ਹੈ। ਤੇ ਇਸ਼ਨਾਨ ਦਾ ਮਤਲਬ ਆਪਾਂ ਸਮਝਿਆ ਸੀ ਕਿ ਉਹ ਆਪਣੇ ਜੀਵਨ ਨੂੰ ਪਵਿੱਤਰ ਰੱਖਦਾ ਹੈ, ਸ਼ੁੱਧ ਰੱਖਦਾ ਹੈ। ਨਾਨਕ ਗੁਰਮੁਖ ਮੇਲ ਮਿਲਾਏ। ਇਸ ਤਰ੍ਹਾਂ ਗੁਰੂ ਅਨੁਸਾਰੀ ਚੱਲਣ ਵਾਲਾ ਮਨੁੱਖ ਇੱਕ ਤਰ੍ਹਾਂ ਨਾਲ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵਿਚੋਲੇ ਦਾ ਕੰਮ ਕਰਦਾ ਹੈ, ਆਪ ਰੱਬ ਜੀ ਨੂੰ ਮਿਲ ਕੇ ਦੂਜਿਆਂ ਨੂੰ ਮਿਲਣ ਲਈ ਸਹਾਇਕ ਬਣਦਾ ਹੈ। ਤੇ ਪੌੜੀ ਨੰਬਰ 37 ਵਿੱਚ ਦੱਸਿਆ, ਗੁਰਮੁਖ ਰਾਮ ਨਾਮ ਰੰਗ ਰਾਤਾ। ਗੁਰੂ ਅਨੁਸਾਰੀ ਚੱਲਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ, ਭਾਵ ਪਰਮਾਤਮਾ ਨਾਲ ਉਸ ਦਾ ਬਹੁਤ ਪਿਆਰ ਬਣ ਜਾਂਦਾ ਹੈ। ਨਾਨਕ ਗੁਰਮੁਖ ਖਸਮ ਪਛਾਤਾ। ਇਹੋ ਜਿਹੇ ਗੁਰੂ ਅਨੁਸਾਰੀ ਚੱਲਣ ਵਾਲੇ ਮਨੁੱਖ ਨੇ ਆਪਣੇ ਖਸਮ ਨੂੰ ਪਹਿਚਾਨ ਲਿਆ ਹੁੰਦਾ, ਭਾਵ ਉਹਨੂੰ ਸਮਝ ਲਿਆ ਹੈ ਕਿ ਉਹ ਜਰਰੇ ਜਰਰੇ ਵਿੱਚ ਵੱਸਦਾ ਹੈ, ਹਰ ਜੀਵ ਵਿੱਚ, ਹਰ ਪ੍ਰਾਣੀ ਵਿੱਚ ਉਹ ਮੌਜੂਦ ਹੈ, ਹਰ ਦਿਸ ਦੀ ਅਨ ਦਿਸ ਦੀ ਵਸਤੂ ਵਿੱਚ ਉਹ ਪਰਮਾਤਮਾ ਮੌਜੂਦ ਹੈ। ਉਸਨੇ ਇਸ ਢੰਗ ਨਾਲ ਉਸ ਨੂੰ ਪਹਿਚਾਨ ਲਿਆ ਹੁੰਦਾ ਹੈ। ਹੁਣ ਪੌੜੀ ਨੰਬਰ 38 ਦੇ ਵਿੱਚ
ਗੁਰੂ ਜੀ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਜਿਹੜੇ ਲੋਕ ਗੁਰੂ ਤੋਂ ਬਿਨਾਂ ਜੀਵਨ ਜਿਉਂਦੇ ਨੇ, ਭਾਵ ਗੁਰੂ ਦੀ ਸਿੱਖਿਆ ਤੋਂ ਬਿਨਾਂ ਜੀਵਨ ਜਿਉਂਦੇ ਨੇ, ਗੁਰੂ ਨੂੰ ਜਾਣਦੇ ਨੇ, ਗੁਰੂ ਦੇ ਨਾਂ ਜਾਣਦੇ ਨੇ, ਗੁਰੂ ਦੇ ਮਾਤਾ ਪਿਤਾ ਦੇ ਨਾਂ ਜਾਣਦੇ ਨੇ, ਗੁਰੂ ਕਿੱਥੇ ਪੈਦਾ ਹੋਏ, ਕਿੱਥੇ ਉਹਨਾਂ ਦਾ ਅਵਤਾਰ ਹੋਇਆ, ਕਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ, ਕਿੱਥੇ ਉਹ ਜੋਤੀ ਜੋਤ ਸਮਾਏ, ਇਹ ਸਭ ਜਾਣਦੇ ਨੇ। ਕਿਹੜੇ ਗੁਰੂ ਨੇ ਕਿੰਨੀ ਬਾਣੀ ਲਿਖੀ ਇਹ ਵੀ ਜਾਣਦੇ ਨੇ, ਕਿਹੜੇ ਗੁਰੂ ਦਾ ਕੀ ਇਤਿਹਾਸ ਇਹ ਵੀ ਜਾਣਦੇ ਨੇ, ਪਰ ਗੁਰੂ ਦੀ ਸਿੱਖਿਆ ਨੂੰ ਮਨ ਵਿੱਚ ਨਹੀਂ ਅਪਣਾਉਂਦੇ। ਉਸ ਨੂੰ ਬਿਨ ਗੁਰ ਸ਼ਬਦ ਇੱਥੇ ਵਰਤਿਆ ਗਿਆ, ਗੁਰੂ ਤੋਂ ਬਿਨਾਂ, ਭਾਵ ਗੁਰੂ ਦੀ ਸਿੱਖਿਆ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ। ਜਿਹੜੇ ਮਨੁੱਖ ਗੁਰੂ ਦੇ ਗਿਆਨ ਤੋਂ ਬਿਨਾਂ ਜਿਉਂਦੇ ਨੇ, ਉਹਨਾਂ ਦੀ ਜੋ ਹਾਲਤ ਹੁੰਦੀ ਏ, ਉਸ ਦਾ ਵਰਣਨ ਇਸ ਪੌੜੀ ਨੰਬਰ 38 ਵਿੱਚ ਕੀਤਾ ਗਿਆ ਹੈ। ਸ਼ੁਰੂ ਇੱਥੋਂ ਕੀਤਾ ਗੁਰੂ ਸਾਹਿਬ ਨੇ, ਬਿਨ ਗੁਰ ਭਰਮੈ ਆਵੈ ਜਾਏ। ਗੁਰੂ ਤੋਂ ਬਿਨਾਂ, ਭਾਵ ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਯਾਨੀ ਇਸ ਭਟਕਣਾ ਵਿੱਚ ਪਿਆ ਰਹਿੰਦਾ, ਇਹਦੇ ਵਿੱਚੋਂ ਨਿਕਲਦਾ ਨਹੀਂ। ਸੋ ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਇਸ ਤਰ੍ਹਾਂ ਵੀ ਸਮਝਾਇਆ ਹੋਇਆ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਗਿਆਨ ਤੋਂ ਬਿਨਾਂ ਜ਼ਿੰਦਗੀ ਜਿਉਂਦਾ ਹੈ, ਉਹ ਇੱਕ ਤਰ੍ਹਾਂ ਨਾਲ ਮਨਮੁਖ ਹੈ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਝੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਵੀ ਜਿਹੜਾ ਮਨਮੁਖ ਬੰਦਾ ਹੈ, ਉਹ ਮੁੜ ਮੁੜ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਹੈ, ਮੋਹ ਮਮਤਾ ਮਾਇਆ ਦੀਆਂ ਸੱਟਾਂ ਸਹਿੰਦਾ ਹੈ, ਜਨਮ ਮਰਨ ਦੇ ਦੁੱਖ ਨੂੰ ਸਹਿੰਦਾ ਹੈ, ਜ਼ਿੰਦਗੀ ਵਿੱਚ ਦੁਖੀ ਹੁੰਦਾ ਰਹਿੰਦਾ ਹੈ। ਮੈਂ ਇੱਕ ਦਿਨ ਇੱਕ ਭਾਈ ਦਇਆ ਸਿੰਘ ਜੀ ਉਹਨਾਂ ਦਾ ਨਾਮ ਹੈ, ਤੇ ਉਹ ਆਪਣੇ ਨਾਮ ਦੇ ਨਾਲ ਸੰਤ ਰੇਣ ਲਗਾਉਂਦੇ ਨੇ, ਸੰਤ ਰੇਣ ਦਇਆ ਸਿੰਘ। ਉਹਨਾਂ ਨੂੰ ਸੁਣ ਰਿਹਾ ਸਾਂ ਤੇ ਉਹ ਕਹਿੰਦੇ ਸੀ ਕਿ ਇਹ ਬੰਦਾ ਜਿਹੜਾ ਹੈ ਨਾ, ਜੀਵ ਯਾਨੀ ਅਸੀਂ ਸਾਰੇ, ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਅਸੀਂ ਰੋਂਦੇ ਹੋਏ ਜਨਮ ਲੈਂਦੇ ਹਾਂ, ਰੋਂਦੇ ਹੋਏ ਸਾਰੀ ਜ਼ਿੰਦਗੀ ਜਿਉਂਦੇ ਹਾਂ, ਤੇ ਰੋਂਦੇ ਰੋਂਦੇ ਹੀ ਮਰ ਜਾਂਦੇ ਹਾਂ। ਉਹ ਕਹਿੰਦਾ ਅਸੀਂ 100 ਵਰਾ ਰੋਂਦੇ ਹੀ ਰਹਿੰਦੇ ਹਾਂ। ਬਹੁਤ ਘੱਟ ਸਮਾਂ ਸਾਡੀ ਜ਼ਿੰਦਗੀ 'ਚ ਆਉਂਦਾ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਤੇ ਜਿਹੜੀ ਖੁਸ਼ੀ ਹੈ ਉਹ ਇੱਕ ਤਰ੍ਹਾਂ ਨਾਲ ਬਨਾਵਟੀ ਹੁੰਦੀ ਹੈ, ਉਹ ਸੱਚੀ ਖੁਸ਼ੀ ਨਹੀਂ ਸਾਨੂੰ ਮਿਲਦੀ। ਸੱਚੀ ਖੁਸ਼ੀ ਕੇਵਲ ਤੇ ਕੇਵਲ ਉਹਨਾਂ ਲੋਕਾਂ ਨੂੰ ਮਿਲਦੀ ਹੈ ਜਿਹੜੇ ਮਨ ਕਰਕੇ ਸੱਚੇ ਹੋ ਜਾਂਦੇ ਨੇ। ਮਨ ਕਰਕੇ ਸੱਚੇ ਉਹ ਲੋਕ ਹੁੰਦੇ ਨੇ ਜਿਹੜੇ ਸੱਚੇ ਵਾਹਿਗੁਰੂ ਜੀ ਨਾਲ ਜੁੜ ਜਾਂਦੇ ਨੇ, ਗੁਰੂ ਦੇ ਗਿਆਨ ਨਾਲ ਜੁੜ ਜਾਂਦੇ ਨੇ। ਸੋ ਇਹ ਜਿਹੜਾ ਮਨਮੁਖਤਾਈ ਵਾਲਾ ਚੱਕਰ ਹੈ, ਭਟਕਣਾ ਹੈ, ਜਨਮ ਤੇ ਮਰਨ ਲੈਣਾ, ਆਉਣਾ ਤੇ ਜਾਣਾ ਹੈ, ਇਹ ਓਨਾ ਚਿਰ ਮੁੱਕਦਾ ਨਹੀਂ ਬਿਨ ਗੁਰ ਭਰਮੈ ਆਵੈ ਜਾਏ। ਗੁਰੂ ਤੋਂ ਬਿਨਾਂ, ਭਾਵ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾਂ ਇਹ ਭਟਕਣਾ ਜਾਰੀ ਰਹਿੰਦੀ ਹੈ। ਬਿਨ ਗੁਰ ਘਾਲ ਨਾ ਪਵਈ ਥਾਏ। ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾਂ, ਜਿਹੜੀ ਅਸੀਂ ਕਹਿ ਰਹੇ ਹਾਂ ਨਾ ਘੱਲ ਨਾ ਘਾਲੀ, ਅਸੀਂ ਬੜੀ ਸੇਵਾ ਕਰਦੇ ਹਾਂ, ਅਸੀਂ ਬੜੀ ਬੰਦਗੀ ਕਰਦੇ ਹਾਂ, ਅਸੀਂ ਬੜੀ ਬਾਣੀ ਪੜ੍ਹਦੇ ਹਾਂ, ਅਸੀਂ ਜਿਵੇਂ ਮੈਂ ਹੀ ਆਖ ਲਓ ਕਥਾ ਕਰਨਾ ਵਾ, ਕੋਈ ਲੋਕ ਕੀਰਤਨ ਕਰਦੇ ਨੇ, ਇਹ ਆਪਣੇ ਮਨੋਂ ਅਸੀਂ ਘੱਲ ਨਾ ਘਾਲ ਰਹੇ ਹਾਂ। ਔਰ ਇਹ ਸਾਰੇ ਚੰਗੇ ਕਰਮ ਨੇ, ਮਾੜੇ ਨਹੀਂ ਹਨ। ਇਹ ਘੱਲਣਾ ਤਾਂ ਥਾਂ ਪੈ ਜਾਂਦੀ ਏ ਜੇ ਅਸੀਂ ਗੁਰੂ ਦੀ ਗੱਲ ਮੰਨੀਏ। ਜੇ ਗੁਰੂ ਦੀ ਗੱਲ ਨਾ ਮੰਨੀਏ ਤੇ ਇਹ ਸਾਡੀ ਘੱਲਣਾ, ਗੁਰੂ ਨਾਨਕ ਸਾਹਿਬ ਲਿਖ ਰਹੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਬਿਨ ਗੁਰ ਘਾਲ ਨਾ ਪਵਈ ਥਾਏ। ਸਹੀ ਟਿਕਾਣੇ ਤੇ ਸਾਡੀ ਘੱਲਣਾ ਨਹੀਂ ਪਹੁੰਚਦੀ, ਨਹੀਂ ਪੈਂਦੀ, ਯਾਨੀ ਸਾਨੂੰ ਉਹਦਾ ਸਹੀ ਲਾਭ ਨਹੀਂ ਪ੍ਰਾਪਤ ਹੁੰਦਾ। ਸੋ ਅਸੀਂ ਘੱਲਣਾ ਵੀ ਘਾਲੀਏ ਤੇ ਗੁਰੂ ਦਾ ਬਚਨ ਨਾ ਮੰਨਣ ਕਰਕੇ ਅਸੀਂ ਸਾਰੀ ਆਪਣੀ ਘੱਲਣਾ ਅਜਾਈਂ ਗਵਾ ਲਈਏ, ਕਿਸ ਅਰਥ। ਸੋ ਸਾਨੂੰ ਚਾਹੀਦਾ ਕਿ ਅਸੀਂ ਗੁਰੂ ਦਾ ਬਚਨ ਮੰਨੀਏ। ਇਹ ਅਤੀ ਜ਼ਰੂਰੀ ਹੈ। ਜੇ ਅਸੀਂ ਇਹ ਕਰਮ ਨਹੀਂ ਕਰਦੇ ਤੇ ਸਾਡੀ ਕੀਤੀ ਹੋਈ ਘਾਲ ਵੀ ਵਿਅਰਥ ਜਾ ਸਕਦੀ ਏ, ਚਲੀ ਜਾਏਗੀ, ਗੁਰੂ ਜੀ ਨੇ ਲਿਖਿਆ ਹੋਇਆ ਹੈ। ਸੋ ਅਗਲੀ ਗੱਲ ਹੈ ਬਿਨ ਗੁਰ
ਮਨੂਆ ਅਤ ਡੋਲਾਏ। ਜਿਹੜਾ ਸਾਡਾ ਮਨ ਹੈ, ਇਹ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾ ਡੱਕੋ ਡੋਲੇ ਖਾਂਦਾ ਰਹਿੰਦਾ ਹੈ, ਇਹ ਡੋਲਦਾ ਰਹਿੰਦਾ ਹੈ, ਇਹ ਕਦੀ ਇੱਧਰ ਕਦੀ ਉੱਧਰ। ਸੋ ਕਦੀ ਮਾਇਆ ਵੱਲ ਭੱਜਦਾ ਹੈ, ਕਦੀ ਇਹ ਧਰਮ ਵੱਲ ਭੱਜਦਾ ਹੈ, ਕਦੀ ਗੁਰੂ ਵੱਲ ਦੌੜਦਾ ਹੈ, ਕਦੀ ਸੰਤਾਂ ਵੱਲ ਭੱਜਦਾ ਹੈ। ਸੋ ਇਹਦਾ ਟਿਕਾ ਨਹੀਂ ਬਣਦਾ। ਸੋ ਇਹ ਗੁਰੂ ਤੋਂ ਬਿਨਾ ਮਨੂਆ ਭਾਵ ਮਨ ਸਾਡਾ ਜਿਹੜਾ ਹੈ ਇਹ ਟਿਕਦਾ ਨਹੀਂ। ਇਹ ਮਨ ਰਾਜਾ ਸੁਲਤਾਨ ਆਪਣੇ ਆਪ 'ਚ ਬਣਿਆ ਫਿਰਦਾ ਰਹਿੰਦਾ ਹੈ ਕਿ ਮੇਰੇ ਵਰਗਾ ਦੁਨੀਆ 'ਚ ਕੋਈ ਹੋਰ ਸ਼ਾਇਦ ਹੈ ਹੀ ਨਹੀਂ, ਪਰ ਇਹਦੀ ਭਟਕਣਾ ਗੁਰੂ ਦੀ ਸਿੱਖਿਆ 'ਤੇ ਚੱਲਣ ਤੋਂ ਬਿਨਾ ਖਤਮ ਨਹੀਂ ਹੋਣੀ। ਬਿਨ ਗੁਰ ਤ੍ਰਿਪਤ ਨਹੀਂ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਖ ਦਾ ਅਰਥ ਵਿਦਵਾਨਾਂ ਨੇ ਜ਼ਹਿਰ ਹੀ ਕੀਤਾ, ਔਰ ਜ਼ਹਿਰ ਹੀ ਹੁੰਦਾ ਜਿਸ ਨੂੰ ਆਪਾਂ ਵਿਉ ਆਖਦੇ ਹਾਂ, ਵਿਖ ਆਖਦੇ ਹਾਂ। ਇੱਥੇ ਬਿਖ ਸ਼ਬਦ ਲਿਖਿਆ ਹੋਇਆ ਹੈ। ਸੋ ਇਹ ਜ਼ਹਿਰ ਕਿਹੜਾ ਅਸੀਂ ਖਾਂਦੇ ਹਾਂ? ਜਿਹੜਾ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ ਤੇ ਮੋਹ ਮਮਤਾ ਵਿੱਚ ਗਲਤਾਨ ਰਹਿੰਦੇ ਹਾਂ, ਇਹੋ ਹੀ ਬਿਖ ਖਾਣਾ ਹੈ, ਇਹੋ ਹੀ ਜ਼ਹਿਰ ਖਾਣਾ ਹੈ। ਇਹ ਜਿਹੜਾ ਜ਼ਹਿਰ ਹੈ, ਜਿਹੜਾ ਦੁਨਿਆਵੀ ਤੌਰ ਤੇ ਜ਼ਹਿਰ ਹੁੰਦਾ ਜਿਸ ਨੂੰ ਅਸੀਂ ਪੁਆਇਜ਼ਨ ਆਖਦੇ ਹਾਂ, ਉਹ ਕੋਈ ਬੰਦਾ ਖਾ ਲਵੇ, ਗਲਤੀ ਨਾਲ ਖਾ ਲਵੇ, ਚਾਹੇ ਜਾਣ ਬੁੱਝ ਕੇ ਖਾ ਲਵੇ, ਉਹਦੀ ਸਰੀਰਕ ਮੌਤ ਹੋਣ ਦੇ ਚਾਂਸਸ ਹੁੰਦੇ ਨੇ, ਹੋ ਹੀ ਜਾਂਦੀ ਹੈ। ਜਿਹੜਾ ਮਨੁੱਖ ਇਹ ਮੋਹ ਮਮਤਾ ਦੀ ਜ਼ਹਿਰ ਖਾਂਦਾ ਹੈ, ਵਿਕਾਰਾਂ ਦੀ ਜ਼ਹਿਰ ਖਾਂਦਾ ਹੈ, ਉਹਦੀ ਆਤਮਕ ਮੌਤ ਹੋ ਜਾਂਦੀ ਹੈ। ਸੋ ਬਿਨ ਗੁਰ, ਗੁਰੂ ਦੀ ਇਸ ਸ਼ੁਭ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾ ਤ੍ਰਿਪਤੀ ਨਹੀਂ ਹੁੰਦੀ, ਮਨ ਰੱਜਦਾ ਨਹੀਂ। ਇਹ ਮਾਇਆ ਰੂਪੀ ਜ਼ਹਿਰ ਨੂੰ ਖਾ ਖਾ ਕੇ ਇਹ ਤ੍ਰਿਪਤ ਨਹੀਂ ਹੁੰਦਾ, ਹੋਰ ਖਾਣਾ ਮੰਗਦਾ ਹੈ, ਹੋਰ ਖਾਣਾ ਮੰਗਦਾ ਹੈ। ਹਾਏ ਹੋਰ ਇਕੱਠੀ ਕਰ ਲਾਂ, ਇਹ ਥੋੜ੍ਹੀ ਰਹਿ ਗਈ ਏ, ਮੇਰੇ ਇੰਨੇ ਬੱਚੇ ਨੇ, ਘੱਟ ਤੋਂ ਘੱਟ ਉਹਨਾਂ ਨੂੰ ਇੰਨੀ ਤੇ ਆਉਣੀ ਚਾਹੀਦੀ ਸੀ ਨਾ। ਇਸ ਤਰ੍ਹਾਂ ਦੀ ਸਾਡੀ ਸੋਚ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਕਿਤੇ ਕੋਈ ਉਹਨੂੰ ਰੋਕ ਨਹੀਂ ਪੈਂਦੀ। ਸੋ ਗੁਰੂ ਤੋਂ ਬਿਨਾ ਤ੍ਰਿਪਤੀ ਨਹੀਂ ਹੋਣੀ। ਇਹ ਮਾਇਆ ਦੀ ਜ਼ਹਿਰ ਜਿੰਨੀ ਮਰਜ਼ੀ ਖਾਂਦੇ ਰਹੀਏ, ਸੋ ਮਨ ਦੀ ਭਟਕਣਾ ਨਹੀਂ ਮੁੱਕੇਗੀ। ਬਿਨ ਗੁਰ ਬਿਸੀਅਰ ਡਸੈ ਮਰ ਵਾਟ। ਗੁਰੂ ਤੋਂ ਬਿਨਾ, ਬਿਸੀਅਰ ਦਾ ਮਤਲਬ ਹੁੰਦਾ ਹੈ ਸੱਪ, ਜ਼ਹਿਰੀਲਾ ਸੱਪ, ਨਾਗ, ਸ਼ੇਸ਼ ਨਾਗ ਜਿਹਨੂੰ ਆਖਦੇ ਨੇ, ਉਹ ਫਨ ਵਾਲਾ ਸੱਪ। ਬਿਨ ਗੁਰ ਬਿਸੀਅਰ ਡਸੈ ਮਰ ਵਾਟ। ਅਸੀਂ ਪਿੱਛੇ ਪਤਾ ਨਹੀਂ ਸ਼ੁੱਕਰਵਾਰ ਜਾਂ ਐਤਵਾਰ ਨਾ ਇੱਕ ਗੁਰੂ ਸਾਹਿਬ ਜੀ ਦਾ ਬਚਨ ਜਿਹੜਾ ਮੁੱਖ ਵਾਕ ਦੇ ਰੂਪ ਵਿੱਚ ਆਇਆ ਸੀ, ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਸੋ ਗੁਰੂ ਜੀ ਸਾਨੂੰ ਦੱਸਦੇ ਨੇ ਕਿ ਇਹ ਜਿਹੜੀ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਸੋ ਇਸੇ ਲਈ ਆਖਦੇ ਨੇ ਕਿ ਜੇ ਸੱਪ ਨੂੰ ਤੁਸੀਂ ਦੁੱਧ ਵੀ ਪਿਆਉਂਦੇ ਰਹੋ ਤੇ ਉਹ ਤੁਹਾਡਾ ਮਿੱਤਰ ਨਹੀਂ ਬਣਦਾ, ਉਹ ਮੌਕਾ ਤਾੜ ਕੇ ਤੁਹਾਨੂੰ ਡੰਗ ਜ਼ਰੂਰ ਮਾਰੇਗਾ। ਸੋ ਇਹ ਸੱਪ ਦੇ ਬਾਰੇ ਕਹਾਵਤ ਹੈ ਕਿ ਸੱਪਾਂ ਨੂੰ ਦੁੱਧ ਵੀ ਪਿਆਈਏ ਤੇ ਉਹ ਮਿੱਤਰ ਨਹੀਂ ਬਣਦੇ। ਸੋ ਇੱਥੇ ਗੁਰੂ ਜੀ ਨੇ ਇੱਥੇ ਜਿਵੇਂ ਬਾਕੀ ਸ਼ਬਦਾਂ ਵਿੱਚ ਮਾਇਆ ਮਮਤਾ ਮੋਹਣੀ, ਮਾਇਆ ਹੋਈ ਨਾਗਣੀ, ਮਾਇਆ ਰੂਪੀ ਸੱਪ ਦੀ ਗੱਲ ਕੀਤੀ ਹੋਈ। ਇੱਥੇ ਬਿਨ ਗੁਰ, ਗੁਰੂ ਦੀ ਸਿੱਖਿਆ ਤੋਂ ਬਿਨਾ, ਗੁਰੂ ਦਾ ਉਪਦੇਸ਼ ਜੀਵਨ ਵਿੱਚ ਅਪਣਾਉਣ ਤੋਂ ਬਿਨਾ ਇਹ ਮਾਇਆ ਰੂਪੀ ਜਿਹੜਾ ਜ਼ਹਿਰੀਲਾ ਸੱਪ ਹੈ ਨਾ, ਇਹ ਡੰਗ ਮਾਰਦਾ ਹੈ। ਮਰ ਵਾਟ, ਵਾਟ ਮੈਨੇ ਰਸਤਾ। ਜੇ ਕੋਈ ਰਸਤੇ ਵਿੱਚ ਬੰਦਾ ਤੁਰਿਆ ਜਾਂਦਾ ਹੋਵੇ ਤੇ ਉਹ ਜੇ ਆਪਣੇ ਰਸਤੇ ਦੇ ਅੱਧ ਵਿੱਚ ਹੀ ਹੋਵੇ, ਮੰਜ਼ਿਲ ਤੇ ਨਾ ਹੀ ਪਹੁੰਚਿਆ ਹੋਵੇ, ਤੇ ਰਾਹ ਵਿੱਚ ਉਹਨੂੰ ਇਹੋ ਜਿਹਾ ਜ਼ਹਿਰੀਲਾ ਸੱਪ ਡੰਗ ਮਾਰ ਜਾਵੇ ਤੇ ਉਹ ਰਾਹ 'ਚ ਹੀ ਮਰ ਜਾਂਦਾ, ਨਾ ਉਹ ਪਿੱਛੇ ਰਹਿੰਦਾ ਨਾ ਅੱਗੇ। ਮਰ ਵਾਟ ਇਸ ਤਰ੍ਹਾਂ ਦਾ ਕੋਈ ਸਾਨੂੰ ਸਮਝਾ ਰਹੇ ਨੇ ਵੀ ਅੱਧ ਵਿਚਾਲੇ ਹੀ ਮਰ ਜਾਓਗੇ ਤੁਸੀਂ ਇਸ ਮਾਇਆ ਦੇ ਜ਼ਹਿਰੀਲੇ ਨਾਗ ਦੇ ਡੰਗ ਦੇ ਕਾਰਨ। ਨਾ ਤੁਸੀਂ ਪਿੱਛੇ ਦੇ ਰਹੋਗੇ ਤੇ ਨਾ ਤੁਸੀਂ ਅੱਗੇ ਦੇ ਰਹੋਗੇ, ਵਿਚਕਾਏ ਮਰ ਜਾਓਗੇ। ਬਿਨ ਗੁਰ ਭਾਵ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾ ਇਹ ਮਾਇਆ ਰੂਪੀ ਸੱਪ ਤੁਹਾਨੂੰ ਐਸਾ ਡੰਗ ਮਾਰੇਗਾ ਕਿ ਤੁਸੀਂ ਜ਼ਿੰਦਗੀ ਦੇ ਅੱਧ ਵਾਟੇ ਵਿੱਚ ਹੀ ਮਰ ਜਾਓਗੇ, ਭਾਵ ਤੁਹਾਡੀ ਹੁਣੇ ਆਤਮਕ ਮੌਤ ਹੋ ਜਾਏਗੀ। ਔਰ ਤਕਰੀਬਨ ਅਸੀਂ ਦੁਨੀਆ ਵਿੱਚ ਜਦੋਂ
ਥੋੜਾ ਉੱਚੇ ਉੱਠ ਕੇ ਨਿਗਾਹ ਮਾਰ ਕੇ ਵੇਖੀਏ ਤੇ ਆਪਾਂ ਆਪਣੇ ਆਪ ਨੂੰ ਵੀ ਸ਼ਾਮਲ, ਮੈਂ ਤੇ ਕਰਦਾ ਹੀ ਹਾਂ ਹਰ ਹਾਲਤ ਵਿੱਚ, ਕਿ ਮਾਇਆ ਕਿਵੇਂ ਸਾਨੂੰ ਡੰਗ ਮਾਰ ਰਹੀ ਹੈ। ਉਹ ਮਾਇਆ ਇਕੱਲਾ ਪੈਸਾ ਨਹੀਂ, ਸਾਨੂੰ ਗੁਰੂ ਜੀ ਨੇ ਗੁਰਬਾਣੀ ਵਿੱਚ ਸਮਝਾਇਆ, ਤੁਹਾਨੂੰ ਤੇ ਮੇਰੇ ਨੂੰ ਜ਼ਿਆਦਾ ਬਾਣੀ ਆਉਂਦੀ ਸਗੋਂ, ਉਹਦੇ ਵਿੱਚ ਕਿਵੇਂ ਸਮਝਾਇਆ ਹੋਇਆ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਹਰ ਚੀਜ਼ ਮਾਇਆ ਹੈ ਜਿਹੜੀ ਸਾਨੂੰ ਰੱਬ ਨਾਲੋਂ ਦੂਰ ਕਰਦੀ ਹੈ। ਸੋ ਰੱਬ ਨਾਲੋਂ ਦੂਰ ਕਰਨ ਦੀਆਂ ਕਿੰਨੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਵਿੱਚ, ਜਿਨ੍ਹਾਂ ਨੂੰ ਅਸੀਂ ਬੜਾ ਪਿਆਰ ਕਰ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਹੋਰ ਨੇੜੇ ਘੁੱਟ ਕੇ ਜੱਫੀਆਂ ਪਾ ਰਹੇ ਹਾਂ ਵੀ ਇਹ ਸਾਡੇ ਹੱਥੋਂ ਕਿਤੇ ਗੱਲ ਨਿਕਲ ਨਾ ਜਾਏ, ਉੱਚਾ ਰੁਤਬਾ ਨਾ ਚਲਾ ਜਾਏ, ਮੇਰਾ ਗ੍ਰੰਥੀ ਪੁਣਾ ਨਾ ਖੁੱਸ ਜਾਏ, ਮੇਰਾ ਕਿਤੇ ਪ੍ਰਧਾਨਗੀ ਨਾ ਚਲੀ ਜਾਏ, ਮੈਂ ਕਿਸੇ ਉੱਚੇ ਅਹੁਦੇ ਤੇ ਚਲਾ ਗਿਆ ਉਹ ਨਾ ਮੇਰੇ ਹੱਥੋਂ ਨਿਕਲ ਜਾਏ। ਆਹ ਚੀਜ਼ਾਂ ਜਿਹੜੀਆਂ ਸਾਰੀ ਜ਼ਿੰਦਗੀ ਸਾਨੂੰ ਇਹ ਜ਼ਹਿਰੀਲਾ ਸੱਪ ਹੀ ਡੰਗ ਮਾਰਦਾ ਰਹਿੰਦਾ ਹੈ, ਤੇ ਇਸ ਜ਼ਹਿਰੀਲੇ ਸੱਪ ਦੇ ਡੰਗ ਮਾਰਨ ਦੇ ਕਾਰਨ ਅਸੀਂ ਆਤਮਿਕ ਮੌਤੇ ਨਾਲ ਦੀ ਨਾਲ ਹੀ ਮਰ ਰਹੇ ਹਾਂ। ਹੁਣ ਗੁਰੂ ਜੀ ਸਾਨੂੰ ਕੀ ਆਖਦੇ ਨੇ, ਨਾਨਕ ਗੁਰ ਬਿਨ ਘਾਟੇ ਘਾਟ। ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਘਾਟਾ ਹੀ ਘਾਟਾ ਹੈ, ਨੁਕਸਾਨ ਹੀ ਨੁਕਸਾਨ ਹੈ। ਇੱਕ ਨਵੇਂ ਪੈਸੇ ਦਾ ਲਾਭ ਨਹੀਂ ਹੋ ਸਕਦਾ, ਭਾਵੇਂ ਅਸੀਂ ਦੁਨਿਆਵੀ ਤੌਰ ਤੇ ਜਿੰਨੀ ਮਰਜ਼ੀ ਵੱਡੀ ਮਾਇਆ ਇਕੱਠੀ ਕਰ ਲਈਏ, ਜਿੰਨੀ ਵੱਡੀ ਮਰਜ਼ੀ ਜਾਇਦਾਦ ਬਣਾ ਲਈਏ, ਜੋ ਮਰਜ਼ੀ ਖੱਟ ਕਮਾ ਲਈਏ, ਤੇ ਤੁਸੀਂ ਜਰਾ ਕੁ ਧਿਆਨ ਮਾਰੋ, ਕਿਉਂਕਿ ਅਸੀਂ ਹੁਣ ਜ਼ਿੰਦਗੀ ਦੇ ਪਿਛਲੇ ਗੇੜ ਵਿੱਚ ਹਾਂ ਤੇ ਆਪਾਂ ਆਪਣੇ ਸਾਥੀਆਂ ਨੂੰ ਜਾਂਦਿਆਂ ਵੇਖ ਹੀ ਰਹੇ ਹਾਂ, ਤੇ ਜਿਵੇਂ ਬੰਦਾ ਅੱਖਾਂ ਬੰਦ ਕਰਦਾ ਇਸ ਜ਼ਿੰਦਗੀ ਵੱਲੋਂ, ਉਹਦਾ ਸਭ ਕੁਝ ਪਰਾਇਆ ਹੋ ਜਾਂਦਾ ਹੈ। ਇੱਕ ਚੀਜ਼ ਵੀ ਕੋਈ ਤੁਸੀਂ ਦੱਸੋ ਜਿਹੜੀ ਸਾਡੇ ਨਾਲ ਜਾਂਦੀ ਹੋਵੇ। ਸਰੀਰ ਲੈ ਕੇ ਅਸੀਂ ਪੈਦਾ ਹੋਏ ਸਾਂ, ਜਾਂਦਿਆਂ ਸਰੀਰ ਵੀ ਨਾਲ ਨਹੀਂ ਜਾਂਦਾ। ਸੋ ਫਿਰ ਕਾਹਦੇ ਵਾਸਤੇ ਅਸੀਂ ਇਹ ਸਭ ਕਰ ਰਹੇ ਹਾਂ? ਗੁਰੂ ਜੀ ਇਸੇ ਲਈ ਆਖਦੇ ਨੇ ਕਿ ਭਈ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਓ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ, ਸੇਵਾ ਕਰੋ, ਜੋ ਤੁਸੀਂ ਕਿਸੇ ਦੀ ਸਹਾਇਤਾ ਕਰ ਸਕਦੇ ਹੋ ਕਰੋ, ਪਰ ਇਹ ਸਭ ਕੁਝ ਕਰਨ ਤੋਂ ਬਿਨਾਂ, ਭਾਵ ਗੁਰੂ ਦੀ ਸਿੱਖਿਆ ਨੂੰ ਜੀਵਨ 'ਚ ਅਪਣਾਉਣ ਤੋਂ ਬਿਨਾਂ, ਬਾਕੀ ਹੋਰ ਜੋ ਤੁਸੀਂ ਕਰਦੇ ਹੋ ਉਹ ਫਿਰ ਤੁਸੀਂ ਘਾਟੇ ਵਾਲਾ ਹੀ ਸੌਦਾ ਕਰਦੇ ਹੋ, ਲਾਭ ਵਾਲਾ ਨਹੀਂ ਕਰਦੇ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੇ ਇਹਨਾਂ ਬਚਨਾਂ ਨੂੰ, ਜਿਵੇਂ ਆਪਾਂ ਸਮਝ ਰਹੇ ਹਾਂ, ਮੈਂ ਵੀ ਤੇ ਤੁਸੀਂ ਵੀ, ਇਸ ਨੂੰ ਸਮਝ ਕੇ ਜ਼ਿੰਦਗੀ ਵਿੱਚ ਅਪਣਾਈਏ ਤੇ ਘਾਟੇ ਵਾਲਾ ਸੌਦਾ ਨਾ ਕਰੀਏ। ਪੌੜੀ ਨੰਬਰ 39। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਹੁਣ ਪੌੜੀ ਨੰਬਰ 38 ਵਿੱਚ ਸਾਨੂੰ ਦੱਸਿਆ ਹੈ ਕਿ ਗੁਰੂ ਤੋਂ ਬਿਨਾਂ ਇਸ ਮਨੁੱਖ ਦੀ ਕੀ ਦਸ਼ਾ ਹੁੰਦੀ ਹੈ, ਤੇ ਜਿਹਨੂੰ ਗੁਰੂ ਮਿਲ ਪਵੇ ਉਹਨੂੰ ਕਿਵੇਂ ਗੁਰੂ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ, ਉਹਦੇ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਉਹਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਬਣ ਜਾਂਦਾ ਹੈ, ਉਹਦੇ ਵਿੱਚ ਕਿਵੇਂ ਗੁਣ ਆ ਜਾਂਦੇ ਨੇ, ਚੰਗਾ ਇਨਸਾਨ ਬਣ ਜਾਂਦਾ ਹੈ। ਜਿਵੇਂ ਅਸੀਂ ਪਿੱਛੇ ਜੇ ਕੀਤਾ ਸੀ ਧਰਮਾਂ ਦੇ ਬਾਰੇ, ਵੱਖ-ਵੱਖ ਧਰਮਾਂ ਨੂੰ ਲੈ ਕੇ ਵੀ ਧਰਮ ਸਾਡਾ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਹੀ ਇੱਕੋ ਇੱਕ ਸਾਡਾ ਸਭਨਾਂ ਦਾ ਧਰਮ ਹੈ, ਔਰ ਉਹ ਸਭਨਾਂ ਦਾ ਕਾਮਨ ਸਾਂਝਾ ਧਰਮ ਹੈ। ਸਾਨੂੰ ਉਹ ਧਰਮ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਹੜਾ ਸਾਡੇ ਇੰਡੀਵਿਜੂਅਲ ਜਥੇਬੰਦੀਆਂ ਨੇ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਆਪਾਂ ਛੱਡ ਦਈਏ, ਉਹਨਾਂ ਦੇ ਨਾਲ ਵੀ ਥੋੜ੍ਹਾ ਜੁੜੇ ਰਹਿਣਾ ਚਾਹੀਦਾ ਸਾਨੂੰ। ਸਾਡਾ ਸਮਾਜ ਹੁੰਦਾ ਹੈ, ਸਾਡੀ ਸੁਸਾਇਟੀ ਹੁੰਦੀ ਹੈ, ਉਹਦਾ ਵੀ ਤਿਆਗ ਨਹੀਂ ਕਰਨਾ, ਪਰ ਜਿਹੜੀਆਂ ਸਾਂਝੀਆਂ ਚੀਜ਼ਾਂ ਨੇ ਸਾਡੀਆਂ ਸਮੁੱਚੀ ਮਾਨਵਤਾ ਦੀਆਂ, ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਸੋ ਸਾਡਾ ਸਭ ਇੱਕ ਸਾਂਝਾ ਧਰਮ ਹੈ ਸਾਰੀ ਮਨੁੱਖਤਾ ਦਾ, ਉਹ ਹੈ ਇਨਸਾਨੀਅਤ। ਸੋ ਜੇ ਸਾਡੇ ਵਿੱਚ ਇਨਸਾਨੀਅਤ ਆ ਜਾਏ ਤੇ ਫਿਰ ਸਾਨੂੰ ਗੁਰੂ ਦੀ ਸਿੱਖਿਆ ਤੇ ਚੱਲ ਕੇ ਸੰਸਾਰ ਸਮੁੰਦਰ ਤੋਂ ਪਾਰ ਹੁੰਦਿਆਂ ਦੇਰੀ ਨਹੀਂ ਲੱਗੇਗੀ। ਹੁਣ ਸਾਨੂੰ ਇਸ ਪੌੜੀ ਨੰਬਰ 39 'ਚ ਗੁਰੂ ਸਾਹਿਬ ਦੱਸਦੇ ਨੇ ਕਿ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਉਹ ਕਿਵੇਂ ਗੁਣ ਭਰ ਜਾਂਦੇ ਨੇ ਉਹਨਾਂ ਵਿੱਚ, ਤੇ ਉਹ ਕਿਵੇਂ ਗੁਣਾਂ ਦੇ ਧਾਰਨੀ ਹੋ ਕੇ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ। ਜਿਸ ਮਨੁੱਖ ਨੂੰ ਗੁਰੂ ਮਿਲ ਪਵੇ ਉਸ ਮਨੁੱਖ ਨੂੰ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਕਿਵੇਂ ਕਰ ਦਿੰਦਾ ਹੈ? ਇਹ ਸਵਾਲ ਪੈਦਾ ਹੁੰਦਾ ਇੱਥੇ ਵੀ ਗੁਰੂ ਕੋਲ ਕਿਹੜੀ ਇਹੋ ਜਿਹੀ
ਕੋਈ ਬੇੜੀ ਏ, ਕੋਈ ਜਹਾਜ਼ ਏ, ਕੋਈ ਚੀਜ਼ ਏ ਜਿਹਦੇ ਨਾਲ ਸਾਨੂੰ ਉਸ ਸੰਸਾਰ ਸਾਗਰ ਤੋਂ ਪਾਰ ਕਰਦਾ ਹੈ। ਅਵਗਨ ਮੇਟੈ ਗੁਣ ਨਿਸਤਾਰੈ, ਇਹ ਹੈ ਗੁਰੂ ਦੇ ਕੋਲ ਬੇੜੀ, ਇਹ ਹੈ ਗੁਰੂ ਦੇ ਕੋਲ ਜਹਾਜ਼। ਗੁਰੂ ਸਾਡੇ ਜੀਵਨ ਵਿੱਚੋਂ ਔਗਣਾਂ ਨੂੰ ਕੱਢ ਦਿੰਦਾ ਹੈ। ਗੁਰੂ ਸਾਡੇ ਜੀਵਨ ਵਿੱਚੋਂ ਜਾਂ ਸਾਡੀ ਮੱਤ ਵਿੱਚੋਂ, ਸਾਡੀ ਬੁੱਧ ਵਿੱਚੋਂ, ਸਾਡੀ ਅਕਲ ਵਿੱਚੋਂ, ਸਾਡੇ ਅੰਤਸ਼ਕਰਨ ਵਿੱਚੋਂ ਔਗਣਾਂ ਨੂੰ ਧੋ ਕੇ ਕੱਢ ਦਿੰਦਾ ਹੈ ਤੇ ਉਹਨਾਂ ਦੀ ਥਾਂ ਤੇ ਚੰਗੇ ਗੁਣ ਭਰ ਦਿੰਦਾ ਹੈ। ਸੋ ਅਸੀਂ ਜਪਜੀ ਸਾਹਿਬ ਵਿੱਚ ਇਹ ਗੱਲ ਸਮਝੀ ਸੀ ਕਿ ਜਿਹੜਾ ਗੁਰੂ ਹੈ, ਪਰਮੇਸ਼ਰ ਜਿਹੜਾ ਹੈ, ਉਹ ਸਾਨੂੰ ਸਭਨਾਂ ਨੂੰ ਗੁਣ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਪਰਮਾਤਮਾ ਨਿਰਗੁਣ ਮਨੁੱਖਾਂ ਨੂੰ ਵੀ ਗੁਣ ਦਿੰਦਾ ਹੈ ਤੇ ਜਿਹੜੇ ਮਨੁੱਖ ਗੁਣਵਾਨ ਨੇ ਉਹਨਾਂ ਨੂੰ ਵੀ ਗੁਣ ਉਹ ਪਰਮਾਤਮਾ ਹੀ ਦਿੰਦਾ ਹੈ। ਤੇਹਾ ਕੋਇ ਨਾ ਸੁਝਈ ਜੇ ਤਿਸ ਗੁਣ ਕੋਇ ਕਰੇ। ਇਹੋ ਜਿਹਾ ਸੰਸਾਰ ਵਿੱਚ ਨਜ਼ਰ ਨਹੀਂ ਆਉਂਦਾ ਜਿਹੜਾ ਉਸ ਨੂੰ ਕੋਈ ਗੁਣ ਦੇ ਸਕਦਾ ਹੋਵੇ। ਭਾਵ ਇਹਦਾ ਇਹ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਏ। ਹੇ ਪਰਮਾਤਮਾ, ਸਾਰੇ ਤੇਰੇ ਹੀ ਗੁਣ ਹਨ ਤੇ ਉਹ ਸਾਰੇ ਗੁਣ ਸਾਨੂੰ ਗੁਰੂ ਦੀ ਰਾਹੀਂ ਮਿਲਦੇ ਨੇ। ਵੇਖੋ, ਸਿੱਧਾ ਅਸੀਂ ਪਰਮੇਸ਼ਰ ਤੋਂ ਕੁਝ ਨਹੀਂ ਲੈ ਸਕਦੇ। ਜੇ ਸਾਨੂੰ ਗੁਰੂ, ਸਾਡੇ ਮਹਾਂਪੁਰਸ਼, ਸਾਡੇ ਬਜ਼ੁਰਗ ਸਿਆਣੇ ਲੋਕ ਨਾ ਦੱਸਦੇ ਰੱਬ ਦੇ ਬਾਰੇ ਤੇ ਸਾਨੂੰ ਕੀ ਪਤਾ ਲੱਗਣਾ ਸੀ। ਸੋ ਗੁਰੂ ਸਾਨੂੰ ਦੱਸ ਰਹੇ ਨੇ ਕਿ ਪਰਮਾਤਮਾ ਦੇ ਆ ਗੁਣ ਨੇ। ਪਰਮਾਤਮਾ ਬਾਰੇ ਜਾਣਕਾਰੀ ਗੁਰੂ ਦਿੰਦੇ ਨੇ, ਪਰਮਾਤਮਾ ਦੇ ਗੁਣਾਂ ਬਾਰੇ ਜਾਣਕਾਰੀ ਗੁਰੂ ਦਿੰਦੇ ਨੇ, ਪਰਮਾਤਮਾ ਦੇ ਨਾਲ ਅਭੇਦਤਾ ਕਿਵੇਂ ਹੁੰਦੀ ਏ ਇਹ ਗੁਰੂ ਦੱਸਦੇ ਨੇ। ਸੋ ਇਹ ਸਾਡੇ ਜੀਵਨ ਵਿੱਚ ਗੁਰੂ ਦਾ ਬਹੁਤ ਬਹੁਤ ਵੱਡਾ ਅਹਿਮ ਰੋਲ ਏ। ਤੇ ਗੁਰੂ ਕਰਦਾ ਕੀ ਏ? ਅਵਗਨ ਮੇਟੈ, ਸਾਡੇ ਅੰਦਰੋਂ ਔਗਣਾਂ ਨੂੰ ਧੋ ਕੇ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਨੇ। ਇੱਕ ਸ਼ਬਦ ਹੁੰਦਾ ਆਸਾ ਦੀ ਵਾਰ ਵਿੱਚ। ਸੋ ਗੁਰੂ ਸਾਹਿਬ ਸਾਡੇ ਅੰਦਰੋਂ ਬੁਰਾਈਆਂ ਕੱਢ ਦਿੰਦੇ ਨੇ। ਗੁਣ ਨਿਸਤਾਰੈ, ਸਾਨੂੰ ਗੁਣ ਦੇ ਕੇ ਤੇ ਉਹਨਾਂ ਗੁਣਾਂ ਦੀ ਰਾਹੀਂ, ਨਾਣੇ ਨੂੰ ਸਿਆਰੀ ਹੈ ਨਾ, ਗੁਣਾਂ ਦੀ ਰਾਹੀਂ ਚੰਗੇ ਸ਼ੁਭ ਗੁਣ ਦੇ ਕੇ ਉਹਨਾਂ ਗੁਣਾਂ ਦੀ ਰਾਹੀਂ ਸਾਨੂੰ ਸੰਸਾਰ ਸਾਗਰ ਤੋਂ ਗੁਰੂ ਪਾਰ ਕਰ ਦਿੰਦੇ ਨੇ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ। ਇਸ ਲਾਈਨ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਔਰ ਸਦਾ ਹੀ ਚੇਤਾ ਰੱਖਣਾ ਜੇ ਹੋ ਸਕੇ ਤਾਂ, ਭਈ ਗੁਰੂ ਦਾ ਸ਼ਬਦ ਵਿਚਾਰਨਾ ਕਿੰਨਾ ਜ਼ਰੂਰੀ ਹੈ। ਇੰਨਾ ਜ਼ਰੂਰੀ ਪੜ੍ਹਨਾ ਨਹੀਂ, ਇੰਨਾ ਜ਼ਰੂਰੀ ਹਰ ਰੋਜ਼ ਉੱਠ ਕੇ ਪੜ੍ਹਨਾ ਨਹੀਂ ਜਿੰਨਾ ਜ਼ਰੂਰੀ ਉਸ ਨੂੰ ਵਿਚਾਰਨਾ ਹੈ। ਇਹਦਾ ਮਤਲਬ ਇਹ ਵੀ ਨਾ ਲੈਣਾ ਕਿ ਅਸੀਂ ਹਰ ਰੋਜ਼ ਪੜ੍ਹਨਾ ਨਹੀਂ। ਜੀ ਸਦਕੇ ਪੜ੍ਹੋ, ਦਿਹਾੜੀ ਵਿੱਚ ਜਿੰਨੀ ਵਾਰੀ ਪੜ੍ਹ ਸਕਦੇ ਹੋ ਪੜ੍ਹੋ, ਕੋਈ ਮਨਾ ਨਹੀਂ ਕਰਦਾ। ਪਰ ਵਿਚਾਰਨ ਤੋਂ ਬਿਨਾਂ ਪੜ੍ਹਿਆ ਹੋਇਆ ਉਹ ਐਵੇਂ ਹਵਾ 'ਚ ਤਲਵਾਰਾਂ ਮਾਰਨ ਵਾਲੀ ਗੱਲ ਏ। ਵਿਚਾਰ, ਗੁਰ ਸ਼ਬਦ ਵਿਚਾਰ। ਇੱਕ ਥਾਂ ਗੁਰੂ ਸਾਹਿਬ ਨੇ ਲਿਖਿਆ, ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ। ਜਿੰਨੀਆਂ ਵੀ ਚੀਜ਼ਾਂ ਅਸੀਂ ਧਾਰਮਿਕ ਪਹਿਲੂ ਤੋਂ ਕਰਦੇ ਹਾਂ ਆਪਣੀ ਜ਼ਿੰਦਗੀ ਵਿੱਚ, ਚਾਹੇ ਉਹ ਸੇਵਾ ਹੈ, ਚਾਹੇ ਉਹ ਗੁਰਦੁਆਰੇ ਆਉਣਾ ਹੈ, ਚਾਹੇ ਉਹ ਕੀਰਤਨ ਕਰਨਾ, ਕਥਾ ਕਰਨੀ, ਕੀਰਤਨ ਸੁਣਨਾ, ਕਥਾ ਸੁਣਨੀ, ਬਾਣੀ ਦਾ ਪਾਠ ਕਰਨਾ, ਪਾਠ ਕਰਨੇ, ਪਾਠ ਕਰਵਾਉਣੇ, ਤੀਰਥਾਂ ਤੇ ਜਾਣਾ, ਧਾਰਮਿਕ ਰੂਪ ਰੇਖਾ ਧਾਰਨ ਕਰ ਲੈਣੀ, ਅਜਿਹੇ ਜਿੰਨੇ ਵੀ ਅਸੀਂ ਕਰਮ ਕਰਦੇ ਹਾਂ, ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ। ਜਿੰਨੇ ਵੀ ਇਹ ਧਰਮ ਦੇ ਨਾਂ ਹੇਠਾਂ ਕੀਤੇ ਜਾਂਦੇ ਕਰਮ ਨੇ, ਸਭਨਾਂ ਤੋਂ ਸਿਰੇ ਦੀ ਗੱਲ ਕੀ ਹੈ? ਸ਼ਬਦ ਵਿਚਾਰ। ਗੁਰੂ ਦੀ ਸਿੱਖਿਆ ਨੂੰ ਵਿਚਾਰਨਾ ਤੇ ਉਸ ਦੇ ਮੁਤਾਬਕ ਜੀਵਨ ਜਿਉਣਾ। ਸੋ ਹੁੰਦਾ ਕੀ ਹੈ ਗੁਰੂ ਦੇ ਸ਼ਬਦ ਨੂੰ ਵਿਚਾਰਨ ਨਾਲ? ਮੁਕਤ ਮਹਾ ਸੁਖ। ਸਾਰੇ ਸੁਖ, ਮੁਕਤੀ ਵਰਗੇ ਮਹਾਨ ਸਾਰੇ ਸੁਖ ਮਿਲ ਜਾਂਦੇ ਨੇ, ਹੈਨਾ। ਮੁਕਤ ਮਹਾ ਸੁਖ, ਮੁਕਤੀ ਵਰਗੇ ਮਹਾਨ ਸਾਰੇ ਹੀ ਸੁਖ ਮਿਲ ਜਾਂਦੇ ਨੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਜੀਵਨ ਵਿੱਚ ਅਪਣਾਇਆ। ਗੁਰਮੁਖ ਕਦੇ ਨਾ ਆਵੈ ਹਾਰ। ਜਿਹੜੇ ਸ਼ਬਦ ਨੂੰ ਵਿਚਾਰਦੇ ਨੇ ਉਹ ਗੁਰਮੁਖ ਬਣ ਜਾਂਦੇ ਨੇ। ਉੱਤੇ ਸਾਨੂੰ ਦੱਸਿਆ ਸੀ, ਗੁਰਮੁਖ ਰਤਨ ਲਹੈ ਲਿਵ ਲਾਏ। ਜਿਹੜਾ ਗੁਰੂ ਅਨੁਸਾਰੀ ਚੱਲਣ ਵਾਲਾ ਮਨੁੱਖ ਹੈ, ਉਹ ਵਾਹਿਗੁਰੂ ਜੀ ਦੇ ਨਾਲ ਆਪਣੀ ਲਿਵ ਨੂੰ ਜੋੜ ਕੇ ਵਾਹਿਗੁਰੂ ਜੀ ਦੇ ਨਾਮ ਰੂਪ ਰਤਨ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰ ਲੈਂਦਾ ਹੈ। ਸੋ ਇੱਥੇ ਵੀ ਇਹ ਗੱਲ ਦੱਸਦੇ ਨੇ ਕਿ ਉਹ ਬੰਦਾ ਗੁਰਮੁਖ ਬਣ ਜਾਂਦਾ ਹੈ ਜਿਹੜਾ ਬੰਦਾ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਜੀਵਨ ਵਿੱਚ ਅਪਣਾ ਲੈਂਦਾ ਹੈ।
ਉਸ ਨੂੰ ਫਿਰ ਜ਼ਿੰਦਗੀ ਦੇ ਰਾਹ ਤੇ ਚੱਲਦਿਆਂ ਕਦੇ ਨਾ ਆਵੇ ਹਾਰ, ਕਦੀ ਹਾਰ ਨਹੀਂ ਆਉਂਦੀ, ਕਦੀ ਹਾਰ ਦਾ ਮੂੰਹ ਨਹੀਂ ਵੇਖਣਾ ਪੈਂਦਾ। ਸੋ ਹਾਰ ਦਾ ਮਤਲਬ ਇਹ ਨਹੀਂ ਕਿ ਇਲੈਕਸ਼ਨ ਵਿੱਚ ਨਹੀਂ ਹਾਰਦਾ, ਇਹ ਨਾ ਲੈ ਲੈਣਾ ਕਿਤੇ ਵੀ ਹੁਣ ਉਹ ਬਣ ਜਾਈਏ ਤੇ ਫਿਰ ਇਲੈਕਸ਼ਨ ਲੜਾਂਗੇ ਤੇ ਜਿੱਤ ਜਾਾਂਗੇ, ਇਹ ਨਹੀਂ ਗੱਲ। ਇੱਥੇ ਗੱਲ ਇਹ ਕਿ ਜ਼ਿੰਦਗੀ ਦੇ ਅਧਿਆਤਮਿਕ ਪਹਿਲੂ ਤੋਂ ਆਤਮਿਕ ਤੌਰ ਤੇ ਉਹ ਮਨੁੱਖ ਜਿੱਤ ਜਾਂਦਾ ਹੈ, ਜਿਹਨੂੰ ਅਸੀਂ ਆਖਦੇ ਨਾ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਵਿੱਚ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਇਹ ਉਹ ਗੱਲ ਹੈ, ਗੁਰਮੁਖ ਆਪਣਾ ਜਨਮ ਸਵਾਰ ਕੇ, ਜਨਮ ਦੀ ਬਾਜੀ ਨੂੰ ਜਿੱਤ ਕੇ ਸੰਸਾਰ ਨੂੰ ਛੱਡ ਕੇ ਜਾਂਦਾ ਹੈ। ਉਹਦੇ ਜਿਉਂਦਿਆਂ ਵੀ ਲੋਕ ਜੈ ਜੈਕਾਰ ਕਰਦੇ ਰਹਿੰਦੇ ਨੇ ਤੇ ਉਹਦੇ ਚਲੇ ਜਾਣ ਤੋਂ ਬਾਅਦ ਵੀ ਲੋਕ ਜੁਗਾਂ ਪਰਯੰਤ ਜੈ ਜੈਕਾਰ ਕਰਦੇ ਰਹਿੰਦੇ ਨੇ। ਅੱਜ ਵੀਰ ਜੀ ਜਿਵੇਂ ਦੱਸ ਰਹੇ ਸੀ ਕਿ ਸ਼੍ਰੀ ਰਾਮ ਚੰਦਰ ਜੀ ਹੋਏ ਨੇ, ਕ੍ਰਿਸ਼ਨ ਜੀ ਹੋਏ ਨੇ, ਉਹ ਚੰਗੇ ਰਾਜੇ ਸਨ, ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਚੰਗੇ ਇਨਸਾਨ ਸਨ, ਉਹ ਚੰਗੇ ਮਰਿਆਦਾ ਪੁਰਸ਼ੋਤਮ ਸਨ, ਉਹ ਚੰਗੇ ਖਿਆਲਾਂ ਦੇ ਨੇਕ ਇਨਸਾਨ ਸਨ, ਲੋਕ ਭਲਾਈ ਦੇ ਕਾਰਜ ਕਰਨ ਵਾਲੇ ਸਨ। ਇਹ ਸਾਰੀਆਂ ਗੱਲਾਂ ਚੰਗੀਆਂ ਨੇ ਤੇ ਜੇ ਉਹ ਚੰਗੇ ਸਨ ਤੇ ਵੇਖੋ ਕਦੋਂ ਦੇ ਉਹ ਹੋ ਗੁਜ਼ਰੇ ਨੇ ਤੇ ਅਜੇ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਔਰ ਚੰਗੇ ਪਹਿਲੂ ਤੋਂ ਯਾਦ ਕਰਦੇ ਨੇ, ਉਹਨਾਂ ਨੂੰ ਸਤਿਕਾਰ ਦਿੰਦੇ ਨੇ, ਉਹਨਾਂ ਨੂੰ ਸਨਮਾਨ ਦਿੰਦੇ ਨੇ। ਸੋ ਇਸੇ ਤਰ੍ਹਾਂ ਇਸ ਨੂੰ ਹੀ ਗੁਰਮੁਖ ਆਖਦੇ ਨੇ। ਜਿਹੜਾ ਗੁਰੂ ਦੇ ਰਾਹ ਤੇ ਚੱਲਦਾ ਹੈ ਮਨੁੱਖ, ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦਾ ਹੈ, ਜੀਵਨ ਵਿੱਚ ਹਾਰਦਾ ਨਹੀਂ ਇਸ ਅਧਿਆਤਮਿਕਤਾ ਦੇ ਪਹਿਲੂ ਤੋਂ। ਤੇ ਜਦੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ ਤੇ ਫਿਰ ਸੰਸਾਰ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਇੱਥੇ ਵੀ ਤੇ ਉੱਥੇ ਵੀ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ। ਅਸੀਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਂਦੇ ਹਾਂ ਤੇ ਉਦੋਂ ਲਾਈਨਾਂ ਆਮ ਕਰਕੇ, ਖਾਸ ਕਰਕੇ ਪੜ੍ਹੀਆਂ ਜਾਂਦੀਆਂ ਨੇ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਸੋ ਸੰਸਾਰ ਦੇ ਵਿੱਚ ਵੀ ਤੇ ਨਿਰੰਕਾਰ ਦੇ ਦਰ ਵੀ, ਭਾਵ ਉਹਨਾਂ ਦੇ ਇੱਥੇ ਰਹਿੰਦਿਆਂ ਵੀ ਤੇ ਸੰਸਾਰ ਛੱਡ ਕੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਾਂ ਦੀ ਜੈ ਜੈਕਾਰ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਉਹਨਾਂ ਨੂੰ ਕਦੇ ਹਾਰ ਨਹੀਂ ਆਉਂਦੀ। ਉਹ ਕਰਦੇ ਕੀ ਨੇ ਗੁਰਮੁਖ ਜਿਹੜੇ ਨੇ? ਤਨ ਹੱਟੜੀ ਇਹ ਮਨ ਵਣਜਾਰਾ। ਉਹ ਆਪਣੇ ਸਰੀਰ ਨੂੰ ਇੱਕ ਸੁੰਦਰ ਦੁਕਾਨ ਬਣਾਉਂਦੇ ਨੇ, ਅੱਜ ਦੀ ਬੋਲੀ ਸਟੋਰ ਆਖ ਲਈਏ ਵੱਡਾ ਜਿਹਾ, ਤੇ ਆਪਣੇ ਮਨ ਨੂੰ ਉਸ ਹੱਟੀ ਤੇ ਵਣਜ ਕਰਨ ਵਾਲਾ ਵਣਜਾਰਾ ਬਣਾਉਂਦੇ ਨੇ। ਇਹ ਹੈ, ਇਸ ਨੂੰ ਆਖਦੇ ਨੇ ਰੂਪਕ ਅਲੰਕਾਰ। ਰੂਪਕ ਅਲੰਕਾਰ ਦਾ ਮਤਲਬ ਹੁੰਦਾ ਹੈ ਕਿਸੇ ਵਰਗੀ ਸਾਹਮਣੇ ਕੋਈ ਚੀਜ਼ ਰੱਖ ਕੇ ਉਹਦੀ ਤਸ਼ਬੀਹ ਦੇਣੀ, ਉਹਦੇ ਨਾਲ ਤੁਲਨਾ ਕਰਨੀ। ਜਿਹੋ ਜਿਹਾ ਆ ਏ ਉਹੋ ਜਿਹਾ ਹੀ ਆ ਏ, ਉਸ ਨੂੰ ਰੂਪਕ ਆਖਦੇ ਨੇ, ਉਹਦੇ ਰੂਪ ਵਰਗਾ। ਅਲੰਕਾਰ ਦਾ ਮਤਲਬ ਹੁੰਦਾ ਹੈ ਸੁੰਦਰ ਗਹਿਣਾ, ਉਸ ਚੀਜ਼ ਨੂੰ ਸੁੰਦਰਤਾ ਦੇ ਨਾਲ ਸੋਹਣਾ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਜਿਸ ਤੋਂ ਲੋਕੀ ਸਿੱਖਿਆ ਲੈ ਸਕਣ, ਉਸ ਨੂੰ ਰੂਪਕ ਅਲੰਕਾਰ ਆਖਦੇ ਨੇ। ਸੋ ਇੱਥੇ ਤਨ ਹੱਟੜੀ ਇਹ ਮਨ ਵਣਜਾਰਾ, ਇੱਕ ਹੱਟੀ ਦਾ ਤੇ ਵਣਜਾਰੇ ਦਾ ਰੂਪਕ ਅਲੰਕਾਰ ਲਿਆ ਹੋਇਆ ਹੈ। ਇਸ ਤਰ੍ਹਾਂ ਦੇ ਬਚਨ ਗੁਰਬਾਣੀ 'ਚੋਂ ਤੁਹਾਨੂੰ ਬਹੁਤ ਮਿਲਣਗੇ, ਜਿਵੇਂ ਸੋਲਠ ਰਾਗ ਵਿੱਚ ਆਉਂਦਾ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਦੇਸ। ਉਹ ਸਾਰੇ ਇਹ ਰੂਪਕ ਅਲੰਕਾਰ ਨੇ। ਸੋ ਇੱਥੇ ਹੁਣ ਤਨ ਹੱਟੜੀ, ਸਰੀਰ ਨੂੰ ਹੱਟੀ ਬਣਾਉਣਾ ਤੇ ਇਸ ਮਨ ਨੂੰ ਵਣਜ ਕਰਨ ਵਾਲਾ ਬਣਾਉਣਾ। ਸੋ ਜੇ ਅਸੀਂ ਹੁਣ ਗੁਰੂ ਜੀ ਨੂੰ, ਨਹੀਂ, ਵਪਾਰ ਕਰਨ ਵਾਲਾ, ਜਿਹੜਾ ਬਿਜ਼ਨਸਮੈਨ ਜਿਹਨੂੰ ਤੁਸੀਂ ਆਖਦੇ ਹੋ, ਦੁਕਾਨਦਾਰ ਤੇ ਸ਼ਾਪਕੀਪਰ ਆਖਿਆ ਜਾਏਗਾ ਨਾ, ਹਨਾ। ਤੇ ਵਣਜਾਰਾ ਵਣਜ ਕਰਨ ਵਾਲਾ, ਜਿਹੜਾ ਬਿਜ਼ਨਸਮੈਨ ਇੱਥੋਂ ਸਮਾਨ ਲੈਂਦਾ ਉੱਥੇ ਵੇਚਦਾ, ਉੱਥੋਂ ਲਿਆਉਂਦਾ ਇੱਥੇ ਵੇਚਦਾ। ਸੋ ਇਸ ਦੁਕਾਨ ਤੇ, ਹਾਂਜੀ, ਸੋ ਇਸ ਤਰ੍ਹਾਂ ਤੁਸੀਂ ਉਹਨੂੰ ਵਣਜਾਰਾ ਆਖ ਸਕਦੇ ਹੋ, ਵਣਜ ਕਰਨ ਵਾਲਾ। ਸੋ ਗੁਰੂ ਜੀ ਨੂੰ ਜੇ ਅਸੀਂ ਗੁਰਬਾਣੀ ਵਿੱਚੋਂ ਪੁੱਛਦੇ ਹਾਂ ਵੀ ਇਸ ਤਨ ਹੱਟੀ ਨੂੰ, ਤਨ ਨੂੰ ਹੱਟੀ ਕਿਵੇਂ ਬਣਾਈਏ ਤੇ ਮਨ ਨੂੰ ਵਣਜਾਰਾ ਕਿਵੇਂ ਬਣਾਈਏ, ਤੇ ਕਿਹੜੀ ਵੱਖਰ ਹੈ, ਕਿਹੜੀ ਵਸਤੂ ਹੈ ਜਿਹੜੀ ਅਸੀਂ ਖਰੀਦੀਏ ਤੇ ਵੇਚੀਏ, ਜਿਹਦਾ ਬਿਜ਼ਨਸ ਕਰੀਏ, ਜਿਹਦਾ ਵਪਾਰ ਕਰੀਏ। ਸੋ ਗੁਰੂ ਜੀ ਸਾਨੂੰ ਗੁਰਬਾਣੀ 'ਚ ਦੱਸਦੇ ਨੇ, ਇਹ ਤਨ ਹਾਠ ਸਰਾਫ ਕੋ ਭਾਈ ਵੱਖਰ ਨਾਮ ਅਪਾਰ। ਇਹ ਸਰਾਫ ਹੁੰਦਾ ਨਾ, ਸੁਨਿਆਰਾ, ਵੀ ਇਹ ਤਨ ਨੂੰ ਤੁਸੀਂ ਇਸ ਤਰ੍ਹਾਂ ਸਮਝੋ ਵੀ ਇਹ ਸੁਨਿਆਰੇ ਦੀ ਦੁਕਾਨ ਹੈ ਤੇ ਵੱਖਰ ਨਾਮ ਅਪਾਰ।
ਉਹਦੇ ਵਿੱਚ ਸੋਨੇ ਦਾ ਵਣਜ ਕਰਨ ਦੀ ਬਜਾਏ ਪਰਮੇਸ਼ਵਰ ਦੇ ਨਾਮ ਦਾ ਵਣਜ ਕਰੋ। ਸੋ ਸੱਚ ਵਪਾਰ ਕਰੋ ਵਪਾਰੀ, ਹੈ ਨਾ। ਸੋ ਸੱਚ ਦਾ ਵਪਾਰ ਕਰਨਾ। ਇਹ ਸਰੀਰ ਸਾਡਾ ਇੱਕ, ਮੰਨ ਲਓ ਅੱਜ ਤੋਂ ਕਿ ਇੱਕ ਦੁਕਾਨ ਹੈ, ਮਨ ਸਾਡਾ ਜਿਹੜਾ ਉਹ ਵਪਾਰੀ ਹੈ। ਇਸ ਨੂੰ ਅਸੀਂ ਇਸ ਢੰਗ ਦੇ ਨਾਲ ਲਾਈਏ ਕਿ ਇਸ ਦੁਕਾਨ ਵਿੱਚ ਰਹਿੰਦਿਆਂ ਅਸੀਂ ਹਮੇਸ਼ਾ ਪਰਮੇਸ਼ਵਰ ਦੀ ਯਾਦ ਵਿੱਚ ਜੁੜੀਏ, ਚੰਗੇ ਗੁਣਾਂ ਨੂੰ ਅਪਣਾਈਏ, ਸੇਵਾ ਸਿਮਰਨ ਵਾਲਾ ਜੀਵਨ ਬਣਾ ਕੇ ਆਪ ਸੁੱਖ ਨਾਲ ਵਸੀਏ ਤੇ ਦੂਜਿਆਂ ਨੂੰ ਸੁੱਖ ਨਾਲ ਵਸਣ ਵਿੱਚ ਸਹਾਇਕ ਹੋਈਏ ਜੇ ਹੋ ਸਕੇ ਤਾਂ। ਸੋ ਇਸ ਤਰ੍ਹਾਂ ਅਸੀਂ ਇਹ ਵਣਜ ਕਰਨਾ ਹੈ। ਇਹ ਵੱਖਰ ਵਪਾਰੀ ਸੋ ਦ੍ਰਿੜ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਫਿਰ ਉੱਥੇ ਉਹ ਗੱਲ ਆਉਂਦੀ, ਜਿਹੜਾ ਗੁਰੂ ਦੀ ਸ਼ਬਦ ਦੀ ਵਿਚਾਰ ਕਰਦਾ ਹੈ, ਇਸ ਵੱਖਰ ਦਾ ਉਹ ਵਣਜ ਕਰਦਾ ਹੈ ਅਸਲ ਵਿੱਚ। ਸੋ ਇਸ ਵੱਖਰ ਦਾ ਵਣਜ ਕਿਵੇਂ ਕਰਨਾ ਹੈ? ਗੁਰੂ ਦੇ ਸ਼ਬਦ ਨੂੰ ਵਿਚਾਰ ਕੇ। ਸੋ ਇਹ ਸਰੀਰ ਨੂੰ ਹੱਟੀ ਬਣਾਉਣਾ, ਮਨ ਨੂੰ ਵਣਜਾਰਾ ਬਣਾਉਣਾ, ਇਹਦੇ ਵਿੱਚ ਨਾਮ ਰੂਪੀ ਵਣਜ ਕਰਨਾ, ਵੱਖਰ ਦਾ ਵਣਜ ਕਰਨਾ ਤੇ ਕਰਨਾ ਸ਼ਬਦ ਦੀ ਵਿਚਾਰ ਦੁਆਰਾ। ਨਾਨਕ ਸਹਿਜੇ ਸੱਚ ਵਪਾਰਾ। ਤੇ ਗੁਰਮੁਖ ਜਿਹੜੇ ਬਣ ਜਾਂਦੇ ਨੇ, ਆਪਣੇ ਤਨ ਨੂੰ ਹੱਟੀ ਬਣਾ ਲੈਂਦੇ ਨੇ, ਮਨ ਨੂੰ ਵਣਜ ਕਰਨ ਵਾਲਾ ਵਣਜਾਰਾ ਬਣਾ ਲੈਂਦੇ ਨੇ। ਤੇ ਸਤਿਗੁਰੂ ਆਖਦੇ ਨੇ ਸਹਿਜੇ ਸੱਚ ਵਪਾਰਾ। ਉਹ ਸਹਿਜ ਅਵਸਥਾ ਵਿੱਚ ਟਿਕ ਕੇ ਸੱਚ ਨੂੰ ਵਿਹਾਜਦੇ ਨੇ, ਹੈ ਨਾ। ਸੱਚ ਨੂੰ ਵਿਹਾਜਣਾ, ਸੱਚ ਨੂੰ ਖਰੀਦਣਾ, ਸੱਚ ਨੂੰ ਇਕੱਤਰਿਤ ਕਰਨਾ, ਭਾਵ ਜ਼ਿੰਦਗੀ ਵਿੱਚ ਸੱਚ ਨੂੰ ਅਪਣਾ ਲੈਣਾ ਤੇ ਝੂਠ ਨੂੰ ਤਿਲਾਂਜਲੀ ਦੇ ਦੇਣੀ। ਤੇ ਸੱਚ ਨੂੰ ਵਣਜ ਕਰਨ ਤੋਂ ਭਾਵ ਹੁੰਦਾ ਹੈ ਵਾਹਿਗੁਰੂ ਜੀ ਦੇ ਨਾਮ ਦਾ ਧਨ ਇਕੱਠਾ ਕਰਨਾ, ਕਿਉਂਕਿ ਕੇਵਲ ਤੇ ਕੇਵਲ ਸੱਚ ਉਹ ਹੀ ਹੈ, ਬਾਕੀ ਸਭ ਜੋ ਅਸੀਂ ਵੇਖਦੇ ਹਾਂ ਇਹ ਸੱਚ ਨਹੀਂ ਹੈ। ਸੋ ਪੌੜੀ ਨੰਬਰ ਆਪਾਂ 40 ਵੀ ਕਰ ਹੀ ਲਈਏ, ਅਜੇ 36 ਮਿੰਟ ਹੋਏ ਨੇ। ਸੋ 10 ਮਿੰਟ ਆਪਾਂ ਲਾਵਾਂਗੇ ਇਹਦੇ ਤੇ ਹੋਰ। ਪੌੜੀ ਨੰਬਰ 40 ਵਿੱਚ ਵੀ ਰੂਪਕ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ। ਸੋ ਇਹਨੂੰ ਆਪਾਂ ਸਮਝਦੇ ਹਾਂ ਕਿਵੇਂ ਕੀਤੀ ਗਈ ਹੈ। ਤੇ ਅਲੰਕਾਰ, ਰੂਪਕ ਅਲੰਕਾਰ ਕੀ ਹੈ? ਰਾਮਚੰਦਰ ਤੇ ਰਾਵਣ ਜੀ ਦਾ। ਇਹਦੇ ਵਿੱਚ ਭਪੀਖਨ, ਜਿਸ ਨੂੰ ਭਪੀਖਸ਼ਨ ਆਖਦੇ ਨੇ, ਉਸ ਦਾ ਨਾਮ ਵੀ ਆਇਆ। ਸੋ ਸਮੁੰਦਰ ਉੱਤੇ ਪੁਲ ਬੰਨਣ ਦਾ ਅਲੰਕਾਰ ਵੀ ਲਿਆ ਹੈ। ਰਾਵਣ ਨੂੰ ਤੇ ਉਹਦੇ ਨਾਲ ਦੇ ਸਾਥੀ ਦੈਂਤਾਂ ਨੂੰ ਮਾਰਨ ਦਾ ਜ਼ਿਕਰ ਵੀ ਕੀਤਾ ਹੈ। ਤੇ ਭਪੀਖਸ਼ਨ ਨੇ ਕਿਵੇਂ ਭੇਦ ਦੱਸਿਆ ਵੀ ਰਾਵਣ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ, ਤਾਂ ਹੀ ਉਹ ਇੱਕ ਅਖਾਣ ਹੀ ਬਣ ਗਿਆ, ਘਰ ਕਾ ਭੇਤੀ ਲੰਕਾ ਢਾਹੇ ਨਾ। ਉਹ ਇੱਥੋਂ ਹੀ ਬਣਿਆ ਹੋਇਆ। ਉਹ ਭਪੀਖਸ਼ਨ ਜੇ ਨਾ ਦਿੰਦਾ ਭੇਤ ਤੇ ਸ਼ਾਇਦ ਰਾਮ ਜੀ ਰਾਵਣ ਨੂੰ ਮਾਰ ਹੀ ਨਾ ਪਾਉਂਦੇ। ਸੋ ਘਰ ਦੇ ਭੇਤੀ ਨੇ ਲੰਕਾ ਢਵਾ ਦਿੱਤੀ ਸਾਰੀ। ਸੋ ਉਹ ਵੀ ਅਲੰਕਾਰ ਇੱਥੇ ਲਿਆ ਹੋਇਆ ਗੁਰੂ ਜੀ ਨੇ। ਸੋ ਅਸੀਂ ਵੇਖਦੇ ਹਾਂ ਕਿਵੇਂ। ਗੁਰਮੁਖ ਬਾਂਧਿਓ ਸੇਤ ਵਿਧਾਤੈ। ਅਸੀਂ ਉੱਤੇ ਗੁਰਮੁਖ ਦੇ ਬਾਰੇ ਬਹੁਤ ਡਿਟੇਲ ਵਿੱਚ ਸਮਝ ਲਿਆ ਹੈ ਕਿ ਗੁਰਮੁਖ ਕਿਸ ਨੂੰ ਆਖਦੇ ਨੇ, ਗੁਰਮੁਖ ਕੀ ਕਰਦਾ ਹੈ, ਗੁਰਮੁਖ ਦਾ ਬਿਜ਼ਨਸ ਕੀ ਹੁੰਦਾ ਹੈ, ਗੁਰਮੁਖ ਦੀ ਹੱਟੀ ਕਿਹੜੀ ਹੁੰਦੀ ਹੈ, ਉਹ ਆਪਣੇ ਮਨ ਨੂੰ ਕਿਵੇਂ ਵਣਜਾਰਾ ਬਣਾਉਂਦਾ ਹੈ। ਤੇ ਸੰਖੇਪ ਵਿੱਚ ਜੇ ਆਖੀਏ ਵੀ ਉਹ ਨਾਮ ਦਾ ਵਪਾਰ ਕਰਦਾ ਹੈ, ਆਪ ਜਪਦਾ, ਦੂਜਿਆਂ ਨੂੰ ਜਪਾਉਂਦਾ, ਸੇਵਾ, ਚੰਗੇ ਗੁਣ ਉਹਦੇ ਜੀਵਨ ਵਿੱਚ ਹੁੰਦੇ ਨੇ, ਤੇ ਉਹ ਸ਼ਬਦ ਨੂੰ ਵਿਚਾਰਦਾ ਹੈ ਗੁਰੂ ਦੇ ਨੂੰ, ਤੇ ਉਹਨੂੰ ਜੀਵਨ ਵਿੱਚ ਅਪਣਾਉਂਦਾ ਹੈ। ਜਿਹੜਾ ਬੰਦਾ ਗੁਰੂ ਦੇ ਅਨੁਸਾਰ ਜੀਵਨ ਜਿਉਂਦਾ ਹੈ, ਭਾਵ ਗੁਰੂ ਦੀ ਸਿੱਖਿਆ ਅਨੁਸਾਰ, ਉਸ ਨੂੰ ਗੁਰਮੁਖ ਆਖਦੇ ਨੇ। ਹੁਣ ਗੁਰੂ ਸਾਹਿਬ ਸਾਨੂੰ ਦੱਸਣ ਲੱਗੇ ਨੇ, ਸਾਨੂੰ ਵੀ, ਸਿੱਧਾਂ ਨੂੰ ਵੀ, ਸਿੱਧ ਲੋਕ ਸਾਰੇ ਬੈਠੇ ਸਨ ਉੱਥੇ, ਬੜੀ ਵੱਡੀ ਮੰਡਲੀ ਸੀ ਉਹਨਾਂ ਦੀ। ਉਹਨਾਂ ਨੂੰ ਆਖਦੇ ਨੇ ਵੀ ਗੁਰਮੁਖ ਬਾਂਧਿਓ ਸੇਤ ਵਿਧਾਤੈ। ਵਿਧਾਤਾ ਅਸੀਂ ਆਖਦੇ ਹਾਂ, ਤੇ ਵਿਧਾਤਾ ਅਸੀਂ ਰੱਬ ਨੂੰ ਆਖਦੇ ਹਾਂ, ਪਰਮਾਤਮਾ ਨੂੰ, ਸਾਨੂੰ ਜੀਵਨ ਦੇਣ ਵਾਲਾ, ਸਾਡੇ ਜੀਵਨ ਦੀ ਸਾਰੀ ਬਣਤ ਬਣਾਉਣ ਵਾਲਾ, ਸਾਡਾ ਲੇਖਾ ਜੋਖਾ ਕਰਨ ਵਾਲਾ, ਸਾਡੇ ਕਰਮ ਧਰਮ ਜੋ ਅਸੀਂ ਕਰਦੇ ਹਾਂ ਸਭ ਉਹਦੇ ਧਿਆਨ ਵਿੱਚ ਨੇ, ਤੇ ਉਹ ਸਾਡੇ ਲੇਖ ਲਿਖਦਾ ਹੈ, ਉਸ ਨੂੰ ਵਿਧਾਤਾ ਆਖਦੇ ਨੇ। ਸੇਤ ਮੈਨੇ ਹੈ ਪੁਲ, ਬਾਂਧਿਓ ਮੈਨੇ ਬੰਨ੍ਹ ਦਿੱਤਾ। ਇੱਥੇ ਅਲੰਕਾਰ ਇਸ ਤਰ੍ਹਾਂ ਲਿਆ ਗਿਆ ਕਿ ਜਿਵੇਂ ਸ਼੍ਰੀ ਰਾਮਚੰਦਰ ਜੀ ਤੇ ਵਾਨਰ ਸੈਨਾ, ਜੋ ਹਨੂਮਾਨ, ਵਾਨਰ ਸੈਨਾ ਅਸਲ 'ਚ ਇੱਕੋ ਜਾਤੀ ਸੀ ਮਨੁੱਖਾਂ ਦੀ, ਤੇ ਅਸੀਂ ਉਹਨਾਂ ਨੂੰ ਬਾਂਦਰਾਂ ਦੀ ਤਰ੍ਹਾਂ ਬਣਾ ਕੇ ਵਿਖਾਇਆ। ਚਲੋ ਜਿਵੇਂ ਵੀ ਹੈ, ਉਹਦਾ ਆਪਾਂ ਕੀ ਆਖਣਾ ਹੈ, ਪਰ ਉਹ ਇੱਕ ਵਾਨਰ ਜਾਤੀ ਸੀ ਉਸ ਵਕਤ, ਪੁਰਾਣੇ ਸਮੇਂ, ਜਿਵੇਂ ਜੰਗਲੀ ਜਾਤੀਆਂ ਅੱਜ ਵੀ ਮਿਲਦੀਆਂ ਨੇ ਅਫਰੀਕਾ ਆਦਿ ਵਿੱਚ।
ਸੋ ਉਹਨਾਂ ਨੇ ਵਾਨਰ ਜਾਤੀ ਨੇ ਸ਼੍ਰੀ ਰਾਮਚੰਦਰ ਦੀ ਸਹਾਇਤਾ ਕੀਤੀ ਤੇ ਉਹਨਾਂ ਨੇ ਇੱਕ ਸਮੁੰਦਰ ਦੇ ਉੱਤੋਂ ਪੁਲ ਬੰਨਿਆ, ਜਿਸ ਪੁਲ ਦੇ ਉੱਤੋਂ ਲੰਘ ਕੇ ਰਾਮ ਜੀ ਤੇ ਉਹਨਾਂ ਦੀ ਸੈਨਾ ਲੰਕਾ ਵਿੱਚ ਜਾ ਵੜੀ ਤੇ ਉੱਥੇ ਉਹਨਾਂ ਦਾ ਰਾਵਣ ਦੇ ਨਾਲ ਯੁੱਧ ਹੋਇਆ। ਸੋ ਇੱਥੇ ਗੁਰੂ ਜੀ ਪੁਲ ਦੀ ਗੱਲ ਕਰਦੇ ਨੇ। ਪੁਲ ਕੌਣ ਹੈ? ਗੁਰਮੁਖ, ਹੈ ਨਾ। ਗੁਰਮੁਖ ਇੱਕ ਪੁਲ ਦਾ ਕੰਮ ਕਰਦਾ ਹੈ। ਇੱਕ ਪਾਸੇ ਸੰਸਾਰ ਹੈ, ਇੱਕ ਪਾਸੇ ਨਿਰੰਕਾਰ ਹੈ, ਇਹ ਭਵ ਸਾਗਰ ਹੈ ਤੇ ਇਸ ਭਵ ਸਾਗਰ ਨੂੰ ਪਾਰ ਕਰਨ ਲਈ ਗੁਰਮੁਖ ਪੁਲ ਦਾ ਕੰਮ ਕਰਦਾ ਹੈ। ਭਾਵ ਗੁਰਮੁਖ ਦੀ ਸਿੱਖਿਆ ਨਾਲ ਅਸੀਂ ਸੰਸਾਰ ਸਾਗਰ ਤੋਂ ਪਾਰ ਲੰਘਦੇ ਹਾਂ। ਇਹ ਮਾਨੋ ਗੁਰਮੁਖ ਪੁਲ ਬਣ ਗਿਆ। ਤੇ ਇਹ ਪੁਲ ਬਣਾਇਆ ਕਿੰਨੇ? ਬੰਦਿਓ ਸੇਤ ਵਿਧਾਤਾ। ਇਹ ਵਾਹਿਗੁਰੂ ਜੀ ਨੇ ਪੁਲ ਬਣਾਇਆ, ਗੁਰਮੁਖ ਰੂਪੀ ਪੁਲ ਵਾਹਿਗੁਰੂ ਜੀ ਨੇ ਬਣਾਇਆ। ਕਾਹਦੇ ਲਈ ਬਣਾਇਆ? ਕਿ ਇਹ ਸੰਸਾਰੀ ਜੀਵ ਜਿਹੜੇ ਨੇ ਇਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਣ। ਇਸ ਲਈ ਇਹ ਗੁਰਮੁਖ ਰੂਪ ਜਿਹੜਾ ਪੁਲ ਹੈ ਇਹ ਵਾਹਿਗੁਰੂ ਜੀ ਨੇ ਸਾਡੇ ਲਈ ਬਣਾ ਦਿੱਤਾ। ਸੋ ਗੁਰਮੁਖ ਦੀ ਬੜੀ ਉੱਚੀ ਪਦਵੀ ਹੈ। ਅਸੀਂ ਪਿੱਛੇ ਕੀਤਾ ਗੁਰਮੁਖ ਰੋਮ ਰੋਮ ਹਰਿ ਧਿਆਵੈ, ਤੇ ਉਹਦੇ ਵਿੱਚ ਉਸ ਪੌੜੀ 'ਚ ਅਸੀਂ ਕਾਫੀ ਡਿਟੇਲ ਵਿੱਚ ਕਰ ਲਿਆ ਸੀ ਕਿ ਗੁਰਮੁਖ ਕਿਵੇਂ ਰੱਬ ਦੇ ਨਾਲ ਜੁੜਿਆ ਹੁੰਦਾ ਹੈ। ਔਰ ਗੁਰਮੁਖ ਗੁਰੂ ਨੂੰ ਵੀ ਆਖਦੇ ਨੇ, ਗੁਰਮੁਖ ਪਰਮੇਸ਼ਵਰ ਨੂੰ ਵੀ ਆਖਦੇ ਨੇ, ਗੁਰਮੁਖ ਇੱਕ ਚੰਗੇ ਇਨਸਾਨ ਨੂੰ ਵੀ ਆਖਦੇ ਨੇ, ਗੁਰਮੁਖ ਕਿਸੇ ਸੰਤ ਨੂੰ ਵੀ ਆਖਿਆ ਜਾ ਸਕਦਾ ਹੈ, ਕਿਸੇ ਭਲੇ ਪੁਰਸ਼ ਨੂੰ ਵੀ ਆਖਿਆ ਜਾ ਸਕਦਾ ਹੈ। ਸੋ ਗੁਰਮੁਖ ਇਹਨਾਂ ਚੰਗੇ ਇਨਸਾਨਾਂ ਲਈ, ਗੁਰੂ ਲਈ, ਮਹਾਂਪੁਰਸ਼ਾਂ ਲਈ, ਪਰਮਾਤਮਾ ਲਈ ਸ਼ਬਦ ਵਰਤਿਆ ਜਾਂਦਾ ਹੈ। ਸੋ ਜਿਹੜੇ ਅਸੀਂ ਪਿੱਛੇ ਜਪਜੀ ਸਾਹਿਬ ਵਿੱਚ ਕੀਤਾ ਹੈ ਨਾ, ਪੰਜ ਪ੍ਰਵਾਨ ਵਾਲੇ, ਉਹ ਸਾਰੇ ਗੁਰਮੁਖੀ ਹੁੰਦੇ ਨੇ ਤੇ ਉਹ ਸਾਰੇ ਦੇ ਸਾਰੇ ਆਪ ਗੁਰੂ ਦੀ ਸਿੱਖਿਆ ਮੁਤਾਬਕ ਜੀਵਨ ਜਿਉਂਦੇ ਨੇ ਤੇ ਫਿਰ ਸਾਨੂੰ ਸੰਸਾਰਿਕ ਲੋਕਾਂ ਨੂੰ ਗੁਰੂ ਦੀ ਸਿੱਖਿਆ ਨਾਲ ਜੋੜ ਕੇ ਸੰਸਾਰ ਸਾਗਰ ਤੋਂ ਪਾਰ ਹੋਣ ਵਿੱਚ ਸਹਾਇਕ ਬਣਦੇ ਨੇ। ਸੋ ਅਸੀਂ ਪਿਛਲੇ ਐਤਵਾਰ ਕਰ ਰਹੇ ਸਾਂ ਮਹੀਨਾ ਫਲਗੁਨ, ਤੇ ਉਹਦੇ ਵਿੱਚ ਆਇਆ ਸੀ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਰੱਬ ਦੇ ਸੰਤ ਹੁੰਦੇ ਨੇ, ਉਹ ਸਾਡੀ ਕਿਵੇਂ ਸਹਾਇਤਾ ਕਰਦੇ ਨੇ ਸੰਸਾਰ ਸਾਗਰ ਤੋਂ ਪਾਰ ਹੋਣ ਲਈ। ਲੰਕਾ ਲੂਟੀ ਦੈਤ ਸੰਤਾਪੈ। ਹੁਣ ਦੱਸਦੇ ਨੇ ਕਿ ਜਿਵੇਂ ਰਾਮਚੰਦਰ ਜੀ ਨੇ ਵਾਨਰਾਂ ਦੀ ਸਹਾਇਤਾ ਦੇ ਨਾਲ ਸਮੁੰਦਰ ਤੋਂ ਪੁਲ ਬਣਾਇਆ ਤੇ ਪੁਲ ਬਣਾ ਕੇ ਉਹ ਲੰਕਾ ਵਿੱਚ ਜਾ ਵੜੇ ਤੇ ਲੰਕਾ ਨੂੰ ਆਖਰ ਉਹਨਾਂ ਨੇ ਜਦੋਂ ਰਾਵਣ ਮਾਰਿਆ ਗਿਆ ਤੇ ਲੰਕਾ ਲੁੱਟੀ ਗਈ। ਇਹ ਤੇ ਗੱਲ ਅਸੀਂ ਜ਼ਰੂਰੀ ਨਹੀਂ ਕਿ ਉੱਥੋਂ ਦਾ ਸਮਾਨ ਚੁੱਕ ਕੇ ਰਾਮ ਜੀ ਨੇ ਲੈ ਆਂਦਾ, ਇਹ ਨਹੀਂ ਜ਼ਰੂਰੀ ਹੁੰਦਾ। ਅਸੀਂ ਕਈ ਵਾਰੀ ਸਾਡੇ ਘਰ ਵਿੱਚ ਕੋਈ, ਸਾਡੇ ਕਿਸੇ ਦੇ ਘਰ ਵਿੱਚ ਵੀ ਦੁਨੀਆ ਵਿੱਚ ਵੀ ਕੋਈ ਘਰ ਦਾ ਮੁਖੀ ਬੰਦਾ ਅਕਾਲ ਚਲਾਣਾ ਕਰ ਜੇ ਤੇ ਅਸੀਂ ਕਹਿੰਦੇ ਉਹ ਘਰ ਤੇ ਲੁੱਟਿਆ ਹੀ ਗਿਆ, ਹਨਾ। ਇਸ ਤਰ੍ਹਾਂ ਦੇ ਅਸੀਂ ਸ਼ਬਦ ਵਰਤਦੇ ਹਾਂ। ਸੋ ਇਸ ਤਰ੍ਹਾਂ ਜਦੋਂ ਲੰਕਾ ਪਤੀ ਮਾਰਿਆ ਗਿਆ ਤੇ ਲੰਕਾ ਆਪੇ ਲੁੱਟੀ ਗਈ, ਹਨਾ, ਲੁੱਟੀ ਗਈ ਨਾ ਲੰਕਾ। ਸੋ ਜ਼ਰੂਰੀ ਨਹੀਂ ਅਸੀਂ ਆਖਣਾ ਕਿ ਰਾਮਚੰਦਰ ਨੇ ਲੰਕਾ ਲੁੱਟ ਲਈ, ਪਰ ਲੰਕਾ ਲੁੱਟੀ ਗਈ। ਦੈਂਤ ਸੰਤਾਪੈ, ਜਿਹੜੇ ਦੈਂਤ ਸਨ ਰਾਵਣ ਤੇ ਉਹਦੀ ਸੈਨਾ ਵਿੱਚ ਜਿੰਨੇ ਵੀ ਲੋਕ ਸਨ ਉਹਨਾਂ ਨੂੰ ਦੈਂਤ ਆਖਿਆ ਜਾਂਦਾ ਹੈ। ਤੇ ਇਨਸਾਨ ਹੀ ਸਨ ਪਰ ਉਹ ਜਿਵੇਂ ਸੁਭਾਅ ਦੈਂਤਾਂ ਵਾਲਾ ਸੀ, ਹੋਰ ਉੱਥੇ ਕੀ ਹੈ। ਸੋ ਉਹਨਾਂ ਨੂੰ ਦੁੱਖ ਪਹੁੰਚਿਆ। ਹੁਣ ਇੱਥੇ ਕੀ ਹੈ? ਲੰਕਾ ਲੂਟੀ। ਜਦੋਂ ਕੋਈ ਗੁਰਮੁਖ ਦੀ ਸਿੱਖਿਆ ਤੇ ਜੀਵਨ ਤੇ ਚੱਲ ਕੇ ਮਨੁੱਖ ਜੀਵਨ ਜਿਉਂਦਾ ਹੈ, ਗੁਰਮੁਖ ਇੱਕ ਪੁੱਲ ਦਾ ਕੰਮ ਕਰਦਾ ਹੈ ਤੇ ਸਾਨੂੰ ਆ ਜਿਹੜਾ ਸਾਡੀ ਸਰੀਰ ਰੂਪ ਲੰਕਾ ਹੈ ਨਾ, ਇਹਦੇ ਵਿੱਚ ਇੱਕ ਅਹੰਕਾਰੀ ਰਾਵਣ ਰਹਿੰਦਾ ਹੈ, ਮਨ, ਉਸ ਨੂੰ ਮਾਰ ਸੁੱਟਦਾ ਹੈ। ਜਦੋਂ ਉਹ ਮਰਦਾ ਹੈ ਤੇ ਮਨ ਇਹ ਦੇਹ ਰੂਪੀ ਜਿਹੜੀ ਲੰਕਾ ਹੈ ਲੁੱਟੀ ਜਾਂਦੀ ਹੈ। ਤੇ ਫਿਰ ਜਿਹੜੇ ਦੂਤ ਨੇ ਪੰਜ, ਅਵਰ ਪੰਚ ਹਮ ਇੱਕ ਜਨਾ ਕਿਉਂ ਰਾਖੇ ਘਰ ਬਾਹਰ ਮਨਾ, ਮਾਰੈ ਲੂਟੈ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ, ਉਹ ਪੰਜ ਫਿਰ ਵਸ ਵਿੱਚ ਆ ਜਾਂਦੇ ਨੇ। ਪਰ ਹੁੰਦੇ ਤੇ ਬਹੁਤ ਦੁਖੀ ਨੇ, ਉਹ ਬੜੇ ਪਿਆਰ ਨਾਲ ਨਹੀਂ ਵਸ ਵਿੱਚ ਆ ਜਾਂਦੇ, ਕਿੰਨੇ ਦੁਖੀ ਹੁੰਦੇ ਨੇ, ਕਿਵੇਂ ਸਾਡੇ ਮਨ ਨੂੰ ਬਾਹਰ ਖਿੱਚ ਕੇ ਉੱਧਰ ਲਿਜਾਂਦੇ ਨੇ। ਤੇ ਪਰ ਜੇ ਅਸੀਂ ਗੁਰਮੁਖ ਦਾ ਪੱਲਾ ਫੜਿਆ ਹੋਇਆ ਹੋਵੇ, ਭਾਵ ਗੁਰੂ ਦਾ, ਤੇ ਇਸ ਦੇਹ ਉੱਤੇ ਅਸੀਂ, ਦੇਹ ਰੂਪੀ ਲੰਕਾ ਉੱਤੇ ਅਸੀਂ ਵਿਜੈ ਹਾਸਲ ਕਰ ਲੈਂਦੇ ਹਾਂ, ਜਿੱਤ
ਦਾ ਝੰਡਾ ਅਸੀਂ ਝੁਲਾ ਲੈਂਦੇ ਹਾਂ, ਤੇ ਜਿਹੜੇ ਇਹ ਦੈਂਤ ਨੇ ਅੰਦਰ 5, ਉਹਨਾਂ ਨੂੰ ਦੁੱਖ ਪਹੁੰਚਦਾ ਹੈ, ਪਰ ਅਸੀਂ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੇ ਹਾਂ। ਅੱਗੇ ਦੱਸਦੇ ਨੇ, ਰਾਮਚੰਦ ਮਾਰਿਓ ਇਹ ਰਾਵਣ। ਇਹ ਦੇ ਬਹੁਤ ਸਾਰੇ ਅਰਥ ਨੇ, ਪਰ ਇੱਥੇ ਅਹੰਕਾਰ ਜ਼ਿਆਦਾ ਫੱਬਵਾਂ ਮੈਨੂੰ ਲੱਗਦਾ ਹੈ। ਇਹ ਨਿਸ, ਇਹ ਦੇ ਅਰਥ ਦਿਨ ਵੀ ਹੁੰਦੇ ਨੇ, ਨਿਸ ਦੇ ਅਰਥ ਰਾਤ ਹੁੰਦੇ ਨੇ। ਇਹ ਮੈਨੇ ਆ ਵੀ ਹੁੰਦਾ ਹੈ, ਆ ਚੀਜ਼, ਇਹ ਚੀਜ਼। ਤੇ ਇਹ ਦੇ ਅਰਥ ਜਿੱਦੀ ਬੰਦਾ ਵੀ ਹੁੰਦਾ ਹੈ। ਇਤਿਆਦਿਕ ਬਹੁਤ ਸਾਰੇ ਅਰਥ ਨੇ, ਪਰ ਇਹਦੇ ਇੱਕ ਅਰਥ ਅਹੰਕਾਰ ਵੀ ਨੇ। ਸੋ ਇੱਥੇ ਆਪਾਂ ਅਹੰਕਾਰ ਲਵਾਂਗੇ ਇਹਦੇ ਅਰਥ। ਰਾਮਚੰਦ ਮਾਰਿਓ ਇਹ ਰਾਵਣ। ਰਾਵਣ ਜਿਹੜਾ ਹੰਕਾਰੀ ਸੀ, ਉਸ ਨੂੰ ਰਾਮਚੰਦਰ ਨੇ ਮਾਰ ਮੁਕਾਇਆ। ਮਾਰਿਆ ਕਿਵੇਂ? ਭੇਦ ਬਭੀਖਨ ਗੁਰਮੁਖ ਪਰਚਾਇਨ। ਰਾਵਣ ਜੀ ਦੇ ਭਰਾ ਬਭੀਖਣ ਨੇ ਭੇਦ ਦਿੱਤਾ। ਭੇਦ ਇਹ ਦਿੱਤਾ ਕਿ ਰਾਮ ਜੀ, ਜੇ ਤੁਸੀਂ ਇਹਨੂੰ ਸਾਰੀ ਜ਼ਿੰਦਗੀ ਵੀ ਮਾਰਨ ਤੇ ਲੱਗੇ ਰਹੋ, ਇਹ ਮਰੇਗਾ ਨਹੀਂ। ਤੁਸੀਂ ਇਹਦੇ ਜਿੰਨੇ ਮਰਜ਼ੀ ਸਿਰ ਵੱਢੋ, ਨਾ ਵੱਢੋ, ਜੋ ਮਰਜ਼ੀ ਕਰੋ। ਉਹਨੇ ਦੱਸਿਆ ਕਿ ਇਹਦੀ ਨਾਭੀ ਵਿੱਚ ਅੰਮ੍ਰਿਤ ਹੈ, ਤੇ ਤੁਸੀਂ ਉੱਥੇ ਤੀਰ ਮਾਰੋਗੇ ਤੇ ਮਰ ਜਾਏਗਾ। ਫਿਰ ਆਂਦੇ ਨੇ ਰਾਮ ਜੀ ਨੇ ਇੱਕ ਅਗਨੀ ਬਾਣ ਮਾਰਿਆ ਉਹਦੀ ਨਾਭੀ ਵਿੱਚ, ਤੇ ਉਹਦਾ ਅੰਮ੍ਰਿਤ ਦਾ ਉਹ ਘੜਾ ਹੀ ਭੰਨ ਦਿੱਤਾ, ਤੇ ਉਹ ਮਰ ਗਿਆ। ਇਹ ਭੇਦ ਭੀਖਣ ਨੇ ਦਿੱਤਾ। ਇੱਥੇ ਕੀ ਹੈ? ਅਸੀਂ ਇਹਨੂੰ ਗੁਰਮਤਿ ਦੇ ਵਿੱਚ ਕਿਵੇਂ ਲੈਣਾ ਹੈ? ਰਾਮਚੰਦ ਮਾਰਿਓ ਇਹ ਰਾਵਣ, ਭੇਦ ਬਭੀਖਨ ਗੁਰਮੁਖ ਪਰਚਾਇਨ। परचायन मैंने परचा, परचा मैंने शब्द, शब्द मैंने सिक्ख्या, सिक्ख्या मैंने उपदेश। गुरु दे उपदेश ने मानो सानू भभीखण बन के एक भेद दस दिता। गुरु दा शब्द सानू गुझे भेद दसदा है। सुनिया जोग जुगत तन भेद। जे असी गुरु की सिक्ख्या नूं सुनीए, जे असी गुरु के शब्द नूं सुनीए, जे असी जो गुरु का शब्द साडे अंदर हो रहा उस नूं सुनीए, तो सानू भेद मिल जाता है कि रब नाल किवें जुड़ना है। सानू भेद मिल जाता है कि असी उहदे तों वखरे किवें हो गए सां। सानू ये सारे अंदर दे जिहड़े गुझे भेद ने उन्हां दे बारे जानकारी हो जाती है। सो गुरु की सिक्ख्या मानो भभीखण बन के सानू भेद दसदी है, ते गुरु दा बख्शिया होया गुरमुख प्यारा रामचंद्र बन के साडे अंदरों अहंकारी रावण मन नूं मारन दी सहायता करता है। सो इसनूं इस तरह आपां समझना है। पता नहीं मैं ठीक कर पाया कि नहीं? बिल्कुल ठीक ही। गुरमुख सायर पाहन तारे। सायर मैंने समुंदर, पाहन मैंने पत्थर। दसदे ने कि श्री रामचंद्र जी ने राम नाम लिख के पत्थरां उत्ते ते वानर सैना नूं दित्ते, ते ओह पानी उत्ते रखदे गए, ते ओह तरदे गए, ते इस तरह पुल बन गया। वो जिवें भी बनिया सानूं नहीं पता, पर मैं वो पढ़ रहा सां हिंदू इतिहास कोश विच। वो दसदे ने कि पत्थर इस तरह तरदे नहीं सन गए, सगों डुबदे गए सी, पर ਉਹਨਾਂ ਨੂੰ ਇਸ ਤਰ੍ਹਾਂ ਦੀ ਜਗ੍ਹਾ ਕੋਈ ਲੱਭ ਗਈ ਜਿਹਦੇ ਉੱਤੇ ਪੱਥਰ ਰੱਖਦੇ ਗਏ ਤੇ ਪੁਲ ਬਣ ਹੀ ਗਿਆ। ਸੋ ਚਲੋ ਤਰ ਵੀ ਗਏ, ਹੁਣ ਆਪਾਂ ਕਾਹਨੂੰ ਆਖੀਏ ਵੀ ਨਹੀਂ ਤਰੇ, ਪਰ ਉੱਥੇ ਲਿਖਿਆ ਹੋਇਆ ਹੈ। ਗੁਰਮੁਖ ਸਾਇਰ ਪਾਹਨ ਤਾਰੇ। ਇੱਥੇ ਕਿਵੇਂ ਪੱਥਰ ਤਰਦੇ ਨੇ? ਤੁਸੀਂ ਉਹ ਸ਼ਬਦ ਪੜੋ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। गावते उदर हैं सुनते उदर हैं, बिन से पाप कनेरे। पशु परेत मुगद को उतारे, पाहन पार उतारे। नानक दास तेरी शरनाई, सदा सदा बलिहारे। इस शब्द विच यानी इस बंद विच गुरु जी ने स्पष्ट किया होया, पशु परेत मुगद को उतारे, पाहन पार उतारे। पशुआं दी बिरती वर्गे लोग, प्रेतां दी बिरती वर्गे लोग, पशु प्रेत मुगध मूर्खां दी बिरती वर्गे लोग, ते पाहन पत्थरां जै सख्त दिलां वाली बिरती वर्गे लोग भी गुरु दे शब्द दी राहीं संसार सागर तों पार लंघ जांदे ने। सो इत्थे असीं ये लैने आ
ਕਿ ਗੁਰੂ ਦੀ ਰਾਹੀਂ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਸੁਚੱਜਾ ਬਣਾਇਆ, ਉਹ ਗੁਰਮੁਖ ਬਣਿਆ। ਤੇ ਉਸ ਗੁਰਮੁਖ ਨੇ ਸਾਡੇ ਵਰਗੇ ਅਨੇਕਾਂ ਪੱਥਰਾਂ ਜਿਹੇ ਵਰਗੇ ਮਨ ਵਾਲੇ ਲੋਕਾਂ ਨੂੰ ਵੀ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ। ਗੁਰਮੁਖ ਕੋਟ 33 ਉਧਾਰੇ। ਆ ਜਿਹੜੇ 33 ਕਰੋੜ ਹੈ ਨਾ, ਕੋਟ ਮੈਨੇ ਇੱਥੇ ਕਰੋੜ ਹੁੰਦਾ, ਜਦੋਂ ਟੈਂਕੇ ਨੂੰ ਸਿਹਾਰੀ ਆਉਂਦੀ ਇਹਦਾ ਅਰਥ ਕਰੋੜ ਹੁੰਦਾ ਹੈ, ਯਾਨੀ ਕਰੋੜਾਂ। ਕੋਟ 33, ਜਿਵੇਂ 33 ਕਰੋੜ ਦੇਵਤੇ ਤੇ ਇਤਿਆਦਿਕ ਅਸੀਂ ਸ਼ਬਦ ਵਰਤਦੇ ਹਾਂ, ਇਹ ਇਸੇ ਤਰ੍ਹਾਂ ਹੀ ਹੈ ਜਿਵੇਂ 84 ਲੱਖ ਹੈ, ਜਿਵੇਂ 32 ਦੰਦ ਨੇ, ਜਿਵੇਂ 16 ਸ਼ਿੰਗਾਰ ਨੇ, ਜਿਵੇਂ 16 ਕਲਾ ਨੇ, ਜਿਵੇਂ ਇਤਿਆਦਿਕ ਬਹੁਤ ਸਾਰੇ ਸ਼ਬਦ ਵਰਤੇ ਜਾ ਸਕਦੇ ਨੇ ਜਿਹੜੇ ਅਖਾਣ ਦੇ ਤੌਰ ਤੇ ਵਰਤੇ ਜਾਂਦੇ ਨੇ, ਜਿਨ੍ਹਾਂ ਦਾ ਮਤਲਬ ਹੁੰਦਾ ਹੈ ਕਿ ਬਹੁਤ ਸਾਰੇ। ਜੇ ਅਸੀਂ 84 ਲੱਖ ਜੂਨੀਆਂ ਦੀ ਗੱਲ ਕਰਦੇ ਹਾਂ ਗੁਰਬਾਣੀ ਵਿੱਚ, ਇਹਦਾ ਮਤਲਬ ਇਹ ਹੁੰਦਾ ਹੈ ਕਿ ਬਹੁਤ ਸਾਰੀਆਂ ਜੂਨੀਆਂ ਜਿਹੜੀਆਂ ਗਿਣੀਆਂ ਨਹੀਂ ਜਾਂਦੀਆਂ। ਮਾਲਕ ਜਾਣੇ ਆਕਾਸ਼ ਵਿੱਚ ਕਿੰਨੇ ਜੀਅ ਵਸਦੇ ਨੇ, ਪਤਾਲ ਵਿੱਚ ਕਿੰਨੇ ਵਸਦੇ ਨੇ, ਧਰਤੀ ਦੇ ਵਿੱਚ ਕਿੰਨੇ ਜੀਅ ਰਹਿੰਦੇ ਨੇ, ਪਾਣੀ ਦੇ ਵਿੱਚ ਕਿੰਨੇ ਰਹਿੰਦੇ ਨੇ, ਧਰਤੀ ਦੇ ਉੱਤੇ ਕਿੰਨੇ ਰਹਿੰਦੇ ਨੇ। ਸੋ ਇਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਸੋ ਇਸ ਲਈ ਅਣਗਿਣਤ ਜੋਨੀਆਂ ਨੂੰ 84 ਲੱਖ ਜੋਨੀਆਂ ਆਖ ਛੱਡਦੇ ਨੇ। ਇਸ ਤਰ੍ਹਾਂ ਅਣਗਿਣਤ ਹੀ ਕੋਟ 33 ਆਖ ਦਿੰਦੇ ਨੇ ਜਦੋਂ ਅਣਗਿਣਤ ਦੀ ਗੱਲ ਹੋਵੇ। ਗੁਰਮੁਖ ਕੋਟ 33 ਉਧਾਰੇ, 33 ਕਰੋੜ ਭਾਵ ਅਣਗਿਣਤ ਹੀ ਲੋਕਾਂ ਦਾ ਭਲਾ ਗੁਰਮੁਖ ਕਰ ਦਿੰਦੇ ਨੇ। ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖਿਆ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ। ਗੁਰਮੁਖ ਕਿਵੇਂ ਭਲਾ ਕਰਦਾ ਲੋਕਾਂ ਦਾ? ਉਹਨਾਂ ਨੂੰ ਪਰਮੇਸ਼ਵਰ ਦੇ ਨਾਮ ਦੀ ਕਣੀ ਦੇ ਕੇ, ਭਾਵ ਨਾਮ ਵਿੱਚ ਜੋੜ ਕੇ ਆਪ ਜਪਦਾ ਹੈ, ਦੂਜਿਆਂ ਨੂੰ ਜਪਾਉਂਦਾ ਹੈ। ਤੇ ਇਸ ਤਰ੍ਹਾਂ ਕਰਨ ਦੇ ਨਾਲ ਉਹ ਗੁਰਮੁਖ ਪਿਆਰਾ ਜੋ ਗੁਰੂ ਅਨੁਸਾਰੀ ਜੀਵਨ ਜਿਉਂਦਾ ਹੈ, ਉਹ ਹੋਰ ਵੀ ਲੋਕਾਂ ਨੂੰ ਸੰਸਾਰ ਸਾਗਰ ਤੋਂ ਪਾਰ ਹੋਣ ਲਈ ਸਹਾਇਕ ਬਣ ਜਾਂਦਾ ਹੈ। ਸੋ ਅੱਜ ਆਪਾਂ ਪੌੜੀ ਨੰਬਰ 38, 39 ਤੇ 40 ਕੀਤਾ। ਅਗਲੀ ਵਾਰੀ ਅੱਗੇ ਕਰਾਂਗੇ। ਇੰਨੇ ਸ਼ਬਦਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
सिमर सुख पाओ सिमरो सिमर 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 सिमर सुख पाओ काल क्लेश तन मान मिटाओ काल क्लेश तन मान सिमरो सिमर सिमर सुख पाओ 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 काल क्लेश तन मान मिटाओ काल क्लेश तन मान मिटाओ हरे गुरु हरे वाहेगुरु धन वाहेगुरु 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 सिमरो सिमर सिमर सुख पाओ सिमर सिमर सुख पाओ 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 सिमरो सिमर सिमर सुख पाओ सिमर सिमर सुख पाओ काल क्लेश तन मान मिटाओ काल क्लेश तन मान मिटाओ सिमर सिमर नाम बारंबार 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 नानक जी का है आधार 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 सिमर सिमर नाम बारंबार
सिमर सिमर नाम बारंबार सिमर सिमर नाम बारंबार सिमर सिमर नाम बारंबार सिमर सिमर नाम बारंबार सिमर सिमर नाम बारंबार नानक जी का है आधार 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 नानक जी का वाहेगुरु 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 बोलिए वाहेगुरु 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 बोलिए वाहेगुरु 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 बोलिए वाहेगुरु 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 बोलिए वाहेगुरु बोलिए कदे न डोलिए 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 वाहेगुरु कहिए सदा सुखी रहिए वाहेगुरु कहिए सदा सुखी वाहेगुरु कहिए सदा सुखी रहिए वाहेगुरु सदा सुखी वाहेगुरु वाहेगुरु बोल प्यारिया वाहेगुरु वाहेगुरु बोल प्यारिया वाहेगुरु वाहेगुरु बोल प्यारिया वाहेगुरु वाहेगुरु बोल प्यारे तेरा कुछ न लगेगा मोल प्यारिया कुछ न लगेगा मोल प्यारिया वाहेगुरु वाहेगुरु बोल प्यारिया वाहेगुरु वाहेगुरु बोल प्यारे वाहेगुरु वाहेगुरु बोल प्यारिया वाहेगुरु वाहेगुरु बोल प्यारे तेरा कुछ न लगेगा मोल प्यारिया कुछ न लगेगा मोल प्यारिया वाहेगुरु 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 वाहेगुरु
ਖਾਲਸਾ ਵਾਹਿਗੁਰੂ ਜੀ ਕੀ ਫਤਿਹ।